ਕਿ ਪੂਰੇ ਪੰਜਾਬ ਦੇ ਵਿੱਚ ਜਿਵੇਂ ਫੋਕਲ ਪੁਆਇੰਟ ਬਣਦੇ ਨੇ ਇੰਡਸਟਰੀ ਲਾਉਣ ਵਾਸਤੇ ਸਰਕਾਰ ਇੱਕ ਏਰੀਆ ਨਿਰਧਾਰਿਤ ਕਰਦੀ ਹੈ ਕਿ ਕਿੱਥੇ-ਕਿੱਥੇ ਫੋਕਲ ਪੁਆਇੰਟ ਬਣਨੇ ਆ, ਕਿੱਥੇ-ਕਿੱਥੇ ਕਿਹੜੀ-ਕਿਹੜੀ ਕਿੱਦਾਂ ਦੀ ਇੰਡਸਟਰੀ ਲੱਗਣੀ। ਸੋ ਉਹਦੇ ਵਿੱਚ ਕਿਸਾਨਾਂ ਤੋਂ ਜ਼ਮੀਨ ਲੈ ਕੇ ਅੱਗੇ ਜਿਨ੍ਹਾਂ ਨੇ ਇੰਡਸਟਰੀ ਲਾਉਣੀ ਹੁੰਦੀ ਹੈ, ਫੈਕਟਰੀ ਲਾਉਣੀ ਹੁੰਦੀ ਹੈ, ਉਹਨਾਂ ਨੂੰ ਸਰਕਾਰ ਕੁਝ ਰਿਆਇਤਾਂ ਦੇ ਕੇ ਜ਼ਮੀਨਾਂ ਦਿੰਦੀ ਹੈ ਤਾਂ ਕਿ ਇੰਡਸਟਰੀਅਲ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਕੋਈ ਬੋਝ ਨਾ ਪਵੇ। ਹੁਣ ਮੰਨ ਲਓ ਕੱਲੇ ਮੁਹਾਲੀ ਦੇ ਵਿੱਚ ਹੀ ਸਰਕਾਰ ਨੇ ਫੋਕਲ ਪੁਆਇੰਟ ਵਾਸਤੇ ਇੰਡਸਟਰੀ ਲਾਉਣ ਵਾਸਤੇ 500 ਪਲਾਟ ਬੁੱਕ ਕੀਤਾ, ਨਿਰਧਾਰਿਤ ਕੀਤਾ। ਉਹ ਪਲਾਟ ਮਤਲਬ ਐ ਨਾ ਸਮਝੋ ਵੀ ਜਿਹੜੇ ਅਸੀਂ ਛੋਟੇ ਲੋਕ ਕੋਈ 100 ਗਜ ਦਾ, ਕੋਈ 200 ਗਜ ਦਾ, 500 ਗਜ ਦਾ, ਇਹ ਨਹੀਂ, ਉਹ 20 25 ਕਿੱਲੇ ਦੇ 30 ਕਿੱਲੇ ਦੇ ਜਿਹੜੇ ਪਲਾਟ ਨੇ ਵੱਡੇ। ਹੁਣ ਉਹ ਪਲਾਟ ਵੇਚੇ ਕਿਵੇਂ? ਮੰਨ ਲਓ ਕਿਸੇ ਦੀ ਕੋਈ ਫੈਕਟਰੀ ਚੱਲਦੀ ਆ, ਉਹਨੂੰ ਕੋਈ ਨਾ ਕੋਈ ਜੁਰਮਾਨਾ ਪਾਤਾ ਕਿ ਤੇਰੇ ਕੰਮ ਦੇ ਵਿੱਚ ਆ ਗੜਬੜੀ ਆ, ਤੇਰੇ ਕੰਮ ਦੇ ਵਿੱਚ ਆ ਸਾਨੂੰ ਕੋਈ ਖਾਮੀ ਪਾਈ ਗਈ ਤੇ ਉਹਨੂੰ 2 ਲੱਖ 3 ਲੱਖ ਦਾ ਜੁਰਮਾਨਾ ਪਾਤਾ। ਬੰਦੇ ਨੇ ਆਪਣਾ ਜੈਨੂਅਨ ਤਰੀਕੇ ਨਾਲ ਡਰਾਫਟ ਕੱਟਿਆ ਜਾਂ ਚੈੱਕ ਦਿੱਤਾ, ਜਿੱਦਾਂ ਵੀ ਪੇਮੈਂਟ ਕੀਤੀ ਉਹ ਆ ਗਿਆ ਜੀ ਉੱਥੋਂ। ਹੁਣ ਉਸ ਬੰਦੇ ਨੇ ਤਾਂ ਆਪਣੇ ਵੱਲੋਂ ਤਾਂ ਜੁਰਮਾਨਾ ਭਰਿਆ, ਲੇਕਿਨ ਇਹਨਾਂ ਸ਼ਾਤਰ ਅਫਸਰਾਂ ਨੇ ਕੀ ਕੀਤਾ, ਇੱਕ ਧੰਦਾ ਆ। ਪਰ ਹੈਰਾਨੀ ਇਸ ਗੱਲ ਦੀ ਹੈ, ਇੱਕ ਸਵਾਲ ਵੀ ਹੈ ਸਾਰੇ ਸਿਸਟਮ ਦੇ ਅੱਗੇ ਕਿ ਜਿਸ ਹਿਸਾਬ ਨਾਲ ਅੱਗੇ ਜਾ ਕੇ ਇਹਨਾਂ ਨੇ ਕੰਪਿਊਟਰ ਵੀ ਗੁੰਮ ਕਰਤੇ ਜੀ, ਆ ਵੀ ਸਾਡਾ ਗੁੰਮ ਹੋ ਗਿਆ ਨਾ, ਬਹੁਤ ਕੁਝ ਇਹਨਾਂ ਨੇ ਗੁੰਮ ਕੀਤਾ ਤੇ ਕਰ ਵੀ ਰਹੇ ਨੇ। ਪਰ ਸਵਾਲ ਇਹਨਾਂ ਤੋਂ ਪੁੱਛਣਾ ਬਣਦਾ ਆ, ਇਸ ਸਿਉਂਕ ਤੋਂ, ਬਿਊਰੋਕ੍ਰੇਸੀ ਤੋਂ। ਚੰਗੇ ਅਫਸਰ ਵੀ ਨੇ, ਪਰ ਇਹ ਜਿਹੜਾ ਮੇਰਾ ਸਵਾਲ ਹੈ ਇਹ ਚੰਗੇ ਅਫਸਰਾਂ ਦੇ ਕੋਲ ਹੈ, ਚੰਗੇ ਅਫਸਰਾਂ ਦੇ ਸਾਹਮਣੇ, ਇਮਾਨਦਾਰ ਅਫਸਰਾਂ ਦੇ ਸਾਹਮਣੇ ਮੈਂ ਰੱਖ ਰਿਹਾ ਕਿ ਉਹੀ ਜਵਾਬ ਦੇਣਗੇ। ਇਹਨਾਂ ਨੇ ਜਿਹੜੇ ਜਵਾਬ ਦੇਣੇ ਸੀ ਉਹ ਤਾਂ ਅਸੀਂ ਦੇਖ ਲਿਆ, ਇਹਨਾਂ ਨੇ ਜਿਹੜੀਆਂ ਠੱਗੀਆਂ ਮਾਰਨੇ ਸੀ ਉਹ ਵੀ ਸਾਡੇ ਸਾਹਮਣੇ। ਇਹ ਸਿਰਫ ਠੱਗੀ ਦਾ ਮਾੜਾ ਜਿਹਾ ਕਿੱਸਾ ਆ। ਚੰਗੇ ਅਫਸਰ, ਇਮਾਨਦਾਰ ਅਫਸਰ ਵੀ ਇਸ ਗੱਲ ਵੱਲ ਧਿਆਨ ਦੇਣ, ਕਿ ਮੇਰੇ ਸਵਾਲ ਦਾ ਜਵਾਬ ਦੇਣ ਕਿ ਕੀ ਕਦੇ ਇਸ ਤਰ੍ਹਾਂ ਹੋਇਆ ਕਿ ਕਿਸੇ ਆਈਐਸ ਅਫਸਰ ਦੀ ਜਿਹੜਾ ਉਹ ਸਰਵਿਸ ਰਿਕਾਰਡ ਗੁੰਮ ਹੋ ਗਿਆ ਹੋਵੇ, ਉਹ ਵਿਚਾਰਾ ਤਨਖਾਹ ਲੈਣ ਤੋਂ ਵੀ ਬੈਠਾ ਹੋਵੇ, ਹਨਾ? ਕੀ ਕਦੇ ਇਸ ਤਰ੍ਹਾਂ ਹੋਇਆ ਵੀ ਕਿਸੇ ਅਫਸਰ ਦੀ, ਆਈਐਸ ਅਫਸਰ ਦੀ, ਬਿਊਰੋਕਰੈਟਸ ਦੀ ਪ੍ਰਮੋਸ਼ਨ ਹੋਣੀ ਹੋਵੇ ਤੇ ਉਹਨੂੰ ਇੱਕ ਦਿਨ ਪਹਿਲਾਂ ਪਤਾ ਲੱਗਾ ਹੋਵੇ ਵੀ ਯਾਰ ਤੇਰਾ ਤਾਂ ਰਿਕਾਰਡ ਹੀ ਗਾਇਬ ਆ, ਤੂੰ ਤਾਂ ਸਰਵਿਸ ਹੀ ਨਹੀਂ ਕਰਦਾ, ਜਾਂ ਉਹਦੀ ਰਿਟਾਇਰਮੈਂਟ ਆ, ਅੱਜ ਸਵੇਰੇ ਰਿਟਾਇਰਡ ਹੋਣਾ ਆ, ਉਹਨੂੰ ਇੱਕ ਦਿਨ ਪਹਿਲਾਂ ਪਤਾ ਲੱਗਿਆ ਵੀ ਭਰਾਵਾ ਤੂੰ ਕਿਹੜਾ ਫਲਾਣਾ ਆਈਐਸ ਅਫਸਰ ਜੀ, ਤੂੰ ਤਾਂ ਸਾਡੇ ਰਿਕਾਰਡ 'ਚ ਨਹੀਂ ਹੈਗਾ। ਕਦੇ ਇਦਾਂ ਹੋਇਆ? ਉਹਨੂੰ ਹੱਥਾਂ ਪੈਰਾਂ ਤੇ ਨਹੀਂ ਪਊਗੇ। ਮਤਲਬ ਜਿਹੜਾ ਬੰਦਾ ਰਿਟਾਇਰਡ ਹੋ ਰਿਹਾ ਹੋਵੇ ਉਹਨੂੰ ਇੱਕ ਦਿਨ ਪਹਿਲਾਂ ਅਸੀਂ ਦੱਸ ਦਈਏ ਤੇਰਾ ਰਿਕਾਰਡ ਹੀ ਨਹੀਂ ਹੈਗਾ, ਉਹਦਾ ਲੱਖਾਂ ਰੁਪਏ ਫੰਡ ਮਿਲਣਾ ਸਰਕਾਰ ਵੱਲੋਂ, ਪੈਨਸ਼ਨ ਮਿਲਣੀ ਸੀ, ਉਹਦਾ ਵਿਚਾਰਾ ਮਰਨ ਜੋਗਾ ਕਰਤਾ ਤੁਸੀਂ। ਪੰਜਾਬ ਦੇ ਵਿੱਚ ਹੋ ਰਹੀ ਕਰੋੜਾਂ ਕਰੋੜਾਂ, ਅਰਬਾਂ ਖਰਬਾਂ ਦੀ ਜਿਹੜੀ ਠੱਗੀ ਆ, ਉਹਦੇ ਬਾਰੇ ਮਾੜੀ ਜੀ ਇੱਕ ਜਾਣਕਾਰੀ ਦੇਣੀ ਹੈ ਕਿ ਕਿਵੇਂ ਸਾਡੇ ਜਿਹੜੇ ਪਬਲਿਕ ਸਰਵੈਂਟ ਕਹੇ ਜਾਂਦੇ ਆ, ਬਿਊਰੋਕਰੈਟਸ ਨੇ, ਆਈਐਸ ਅਫਸਰ ਨੇ, ਇਹ ਕਿਵੇਂ ਪੰਜਾਬ ਨੂੰ ਲੁੱਟ ਰਹੇ ਨੇ, ਕਿਵੇਂ ਹਨੇਰਗਰਦੀ ਮਚਾਈ ਆ। ਉਹਨਾਂ ਨੂੰ ਪਤਾ ਆ ਕਿ ਜਿਹੜੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਆਰੇ ਲਾ ਕੇ, ਕਿਸੇ ਨਾ ਕਿਸੇ ਤਰੀਕੇ ਉਲਝਾ ਕੇ ਤੇ ਲੁੱਟਿਆ ਜਾ ਸਕਦਾ ਹੈ। ਜਿਵੇਂ ਅੱਜ ਕੱਲ ਸਾਡੇ ਦੇਖੋ ਵੀ ਕਦੇ ਸੰਘਾ ਚੱਲ ਪੈਂਦਾ, ਉਹਦੇ ਉਹ ਸਟੇਜ ਤੇ ਜਦੋਂ ਚੜਦਾ 5-5 ਹਜ਼ਾਰ ਬੰਦਾ ਉਹਦੇ ਸਾਹਮਣੇ ਕੂਕਾਂ ਮਾਰਦਾ, ਚੀਕਾਂ ਮਾਰਦਾ, ਖੁਸ਼ ਹੁੰਦਾ ਆ। ਤਾਂ ਇਹੋ ਜਿਹੇ ਸਾਡੇ ਸੈਲੀਬ੍ਰਿਟੀ ਨੇ, ਰੋਲ ਮਾਡਲ ਨੇ। ਕਿਤੇ ਕੋਈ ਨੀਟੂ ਸ਼ਟਰਾਵਾਲਾ ਆ ਗਿਆ, ਉਹ ਸਾਡਾ ਬੜਾ ਰੋਲ ਮਾਡਲ ਬਣ ਜਾਂਦਾ ਆ। ਕਦੇ ਆ ਵੀਡੀਓ ਵਾਇਰਲ ਹੁੰਦੀ ਹੈ ਕਿਸੇ ਦੀ ਨਿੱਜੀ ਕੀਤੀ ਕਰਾਈ, ਜੋ ਮਰਜ਼ੀ ਹੋਇਆ, ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ, ਤੇ ਅਸੀਂ ਸਾਰਾ ਪੰਜਾਬ ਹੀ ਉਹਦੇ ਵਿੱਚ ਬਹੁਤ ਇੰਟਰਸਟ ਲੈਂਦਾ। ਚੰਗੇ ਚੰਗੇ ਬੰਦੇ ਜਿਹੜੇ ਆਪਣੇ ਆਪ ਨੂੰ ਬੜੇ ਸਮਾਜ ਸੇਵੀ, ਸਿਆਣੇ ਕਹਿੰਦੇ ਨੇ, ਤੇ ਉਹ ਵੀ ਬੜੀਆਂ ਚਰਚਾਵਾਂ ਇਹਨਾਂ ਮੁੱਦਿਆਂ ਦੇ ਉੱਪਰ ਕਰਦੇ ਨੇ। ਸੋ ਸਿਸਟਮ ਨੂੰ ਪਤਾ ਹੈ ਵੀ ਇਹਨਾਂ ਲੋਕਾਂ ਨੂੰ ਉਲਝਾ ਕੇ ਕਿਵੇਂ ਲੁੱਟ ਖਸੁੱਟ ਕੀਤੀ ਜਾ ਸਕਦੀ ਹੈ। ਇਹਦੀ ਇੱਕ ਸਿੰਪਲ ਜਿਹੀ ਉਦਾਹਰਨ ਇਹ ਆ ਕਿ ਜਦੋਂ ਕੋਈ ਮਦਾਰੀ ਬਾਂਦਰ ਦਾ ਨਾਚ ਕਰਾਉਂਦਾ ਹੁੰਦਾ ਇਹਨਾਂ ਦਾ, ਆਪਾਂ ਸਾਰੇ ਉਹਦੇ ਆਲੇ ਦੁਆਲੇ ਘੇਰਾ ਜਿਹਾ ਬਣਾ ਕੇ ਖੜ ਜਾਂਦੇ ਹਾਂ। ਉਸ ਘੇਰਾਬੰਦੀ ਦੇ ਵਿੱਚ ਅਸੀਂ ਇੰਨੇ ਕੁ ਗਵਾਚ ਜਾਂਦੇ ਹਾਂ ਕਿ ਕਈ ਵਾਰੀ ਲੋਕਾਂ ਦੇ ਸਾਈਕਲ, ਮੋਟਰਸਾਈਕਲ ਵਗੈਰਾ, ਜੇਬਾਂ ਵੀ ਕੱਟੀਆਂ ਜਾਂਦੀਆਂ ਨੇ, ਕਿਉਂਕਿ ਉਹ ਬੰਦਿਆਂ ਦਾ ਸਾਰਾ ਧਿਆਨ ਹੀ ਉਹ ਖੇਡ ਵੇਖਣ ਦੇ ਵਿੱਚ ਹੁੰਦਾ ਹੈ। ਸਾਡੇ ਪੰਜਾਬ ਦਾ ਸਾਰਾ ਧਿਆਨ ਹੀ ਜਿਹੜਾ ਫਾਲਤੂ ਦੀਆਂ ਚੀਜ਼ਾਂ ਵੇਖਣ ਦੇ ਵਿੱਚ ਆ। ਅਸੀਂ ਜਿਹੜੇ ਪਬਲਿਕ ਸਰਵੈਂਟ ਨੇ ਇਹਨਾਂ ਦੇ ਨਾਲ ਕਦੇ ਰਾਬਤਾ ਕਾਇਮ ਨਹੀਂ ਕਰ ਪਾਏ, ਜਿਵੇਂ ਇੱਕ ਨੌਕਰ ਤੇ ਮਾਲਕ ਦਾ ਹੋਣਾ ਚਾਹੀਦਾ। ਉਹ ਅਸੀਂ ਇੱਕ ਬੜੀ ਜਿਹੜੀ ਦੂਰੀ ਬਣਾ ਲਈ ਹੈ, ਕਮਿਊਨੀਕੇਸ਼ਨ ਸਾਡਾ ਗੈਪ ਪੈ ਚੁੱਕਿਆ। ਹੁਣ ਗੱਲ ਕੀ ਆ ਕਿ ਪੂਰੇ ਪੰਜਾਬ ਦੇ ਵਿੱਚ ਜਿਵੇਂ ਫੋਕਲ ਪੁਆਇੰਟ ਬਣਦੇ ਨੇ ਇੰਡਸਟਰੀ ਲਾਉਣ ਵਾਸਤੇ ਸਰਕਾਰ ਇੱਕ ਏਰੀਆ ਨਿਰਧਾਰਿਤ ਕਰਦੀ ਹੈ ਕਿ ਕਿੱਥੇ-ਕਿੱਥੇ ਫੋਕਲ ਪੁਆਇੰਟ ਬਣਨੇ ਆ, ਕਿੱਥੇ-ਕਿੱਥੇ ਕਿਹੜੀ-ਕਿਹੜੀ ਕਿੱਦਾਂ ਦੀ ਇੰਡਸਟਰੀ ਲੱਗਣੀ। ਸੋ ਉਹਦੇ ਵਿੱਚ ਕਿਸਾਨਾਂ ਤੋਂ ਜ਼ਮੀਨ ਲੈ ਕੇ ਅੱਗੇ ਜਿਨ੍ਹਾਂ ਨੇ ਇੰਡਸਟਰੀ ਲਾਉਣੀ ਹੁੰਦੀ ਹੈ, ਫੈਕਟਰੀ ਲਾਉਣੀ ਹੁੰਦੀ ਹੈ, ਉਹਨਾਂ ਨੂੰ ਸਰਕਾਰ ਕੁਝ ਰਿਆਇਤਾਂ ਦੇ ਕੇ ਜ਼ਮੀਨਾਂ ਦਿੰਦੀ ਹੈ ਤਾਂ ਕਿ ਇੰਡਸਟਰੀਅਲ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਕੋਈ ਬੋਝ ਨਾ ਪਵੇ। ਹੁਣ ਮੰਨ ਲਓ ਕੱਲੇ ਮੁਹਾਲੀ ਦੇ ਵਿੱਚ ਹੀ ਸਰਕਾਰ ਨੇ ਫੋਕਲ ਪੁਆਇੰਟ ਵਾਸਤੇ ਇੰਡਸਟਰੀ ਲਾਉਣ ਵਾਸਤੇ 500 ਪਲਾਟ ਬੁੱਕ ਕੀਤਾ, ਨਿਰਧਾਰਿਤ ਕੀਤਾ। ਉਹ ਪਲਾਟ ਮਤਲਬ ਐ ਨਾ ਸਮਝੋ ਵੀ ਜਿਹੜੇ ਅਸੀਂ ਛੋਟੇ ਲੋਕ ਕੋਈ 100 ਗਜ ਦਾ, ਕੋਈ 200 ਗਜ ਦਾ, 500 ਗਜ ਦਾ, ਇਹ ਨਹੀਂ, ਉਹ 20 25 ਕਿੱਲੇ ਦੇ, 30 ਕਿੱਲੇ ਦੇ ਜਿਹੜੇ ਪਲਾਟ ਨੇ ਵੱਡੇ ਵੱਡੇ,
ਇਹਨਾਂ ਨੂੰ ਇੱਕ ਪਲਾਟ ਕਿਹਾ ਜਾਂਦਾ ਹੈ, ਤੇ ਉਹ ਇੱਕ ਸਰਕਾਰ ਨੇ ਫਿਕਸ ਕੀਤਾ। ਹੁਣ 500 ਦੇ ਵਿੱਚੋਂ ਤਕਰੀਬਨ 200-250 ਇਹਨਾਂ ਅਫਸਰਾਂ ਨੇ ਇੰਡਸਟਰੀ ਲਾਉਣ ਵਾਸਤੇ ਵੇਚ ਦਿੱਤਾ। ਜਿਹੜਾ ਬਚਿਆ ਸੀ 200-250-300 ਪਲਾਟ ਜਿਹੜਾ ਬਚਿਆ ਸੀ, ਉਹ ਇਹਨਾਂ ਨੇ ਹੇਰਾਫੇਰੀ ਕਰਕੇ 2 ਨੰਬਰ ਦੇ ਵਿੱਚ ਆਪਣੇ ਹੀ ਬੰਦਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਅਲਾਟ ਕਰ ਦਿੱਤੇ। ਹੁਣ ਅਲਾਟ ਵੀ ਕਿਵੇਂ ਹੋਏ? ਦੇਖੋ, ਇੱਕ ਪਲੈਨਿੰਗ ਚੱਲਦੀ ਹੈ, ਬੜੀ ਲੰਬੀ ਸੋਚ ਕੇ ਚੱਲਦੀ ਨੇ। ਅਸੀਂ ਤਾਂ ਇੱਥੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਉਲਝ ਕੇ ਬਹਿ ਜਾਂਦੇ ਆ। ਇਹ ਪਲੈਨਿੰਗ ਚੱਲਦੀ। ਹੁਣ ਮੰਨ ਲਓ 1980 90 85 ਦੇ ਵਿੱਚ ਪਲਾਟ ਜਾਰੀ ਫੋਕਲ ਪੁਆਇੰਟ ਬਣਨੇ ਸ਼ੁਰੂ ਹੋਏ, ਮੰਨ ਲਓ, ਹਨਾ, ਤਾਂ ਉਦੋਂ ਤੋਂ ਹੇਰਾਫੇਰੀਆਂ ਸ਼ੁਰੂ ਹੋ ਗਈਆਂ ਨਾਲ ਨਾਲ। ਲੇਕਿਨ ਉਹਦੇ ਇੱਕ ਪਲੈਨਿੰਗ ਕਿਵੇਂ ਚੱਲੀ? ਹੁਣ ਜਿਹੜੇ ਪਲਾਟ ਹੁੰਦੇ ਨੇ, ਇਹ ਆਮ ਜਿਹੜੇ ਲੀਡਰ ਘੁੱਗੂ ਦੇ MLA ਮੰਤਰੀ, ਇਹਨਾਂ ਨੂੰ ਕੱਖ ਨਹੀਂ ਪਤਾ ਹੁੰਦਾ। ਇਹ ਪਤਾ ਸਿਰਫ GM ਵਗੈਰਾ ਨੂੰ, IAS ਅਫਸਰਾਂ ਨੂੰ ਪਤਾ ਹੁੰਦਾ, ਜਿਹੜੇ ਮਹਿਕਮਿਆਂ ਦੇ ਵਿੱਚ ਸਾਲਾਂ ਬੱਧੀ ਕੰਮ ਕਰਦੇ ਨੇ। ਹੁਣ ਮੈਂ ਇਹਦੀ ਇੱਕ ਐਗਜ਼ਾਮਪਲ ਦਿੰਦਾ ਆ, ਇਹ ਪਲੈਨਿੰਗ ਕਿਵੇਂ ਕਰਕੇ ਚੱਲਦੇ ਆ। ਮੰਨ ਲਓ ਇੱਥੇ ਜਿਵੇਂ ਚੰਡੀਗੜ੍ਹ 'ਚ, ਮੋਹਾਲੀ 'ਚ ਵੀ 에ਅਰਪੋਰਟ ਬਣਿਆ, ਤਾਂ ਇਹਨਾਂ ਨੂੰ ਜਦੋਂ 에ਅਰਪੋਰਟ ਬਣਿਆ, ਸਾਨੂੰ ਤਾਂ ਬਣਦਾ ਦਿਖ ਗਿਆ, ਜਾਂ ਸਾਲ ਕੁ ਪਹਿਲਾਂ ਖਬਰ ਆ ਗਈ, ਕਿਸੇ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਅਸੀਂ ਤਾਂ 에ਅਰਪੋਰਟ ਬਣਾਵਾਂਗੇ। ਲੇਕਿਨ ਉਸ ਤੋਂ ਵੀ ਲੰਬਾ ਸਮਾਂ ਪਹਿਲਾਂ ਪਲੈਨਿੰਗ ਚੱਲਦੀ ਹੁੰਦੀ ਹੈ ਕਿ ਇਸ ਏਰੀਏ ਦੇ ਵਿੱਚ 에ਅਰਪੋਰਟ ਬਣਾਉਣਾ ਹੈ। ਤਾਂ ਉਦੋਂ ਜਿਹੜੀ ਇਹ ਲੌਬੀ ਆ, ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ, ਪੈਸੇ ਵਾਲਿਆਂ ਨੂੰ, ਜਾਂ ਆਪ ਖੁਦ ਰਲ ਮਿਲ ਕੇ ਜਿੰਨਾ ਵੀ ਉਸ ਏਰੀਏ ਦੇ ਆਲੇ ਦੁਆਲੇ ਦੀ ਜ਼ਮੀਨ ਹੁੰਦੀ ਹੈ, ਸਸਤੇ ਭਾਅ ਖਰੀਦ ਲੈਂਦੇ। ਕਿਸਾਨਾਂ ਨੂੰ ਥੋੜੇ ਥੋੜੇ ਪੈਸੇ ਮਿਲਦੇ ਆ, ਤੇ ਬਾਅਦ ਦੇ ਵਿੱਚ ਉਹੀ ਜ਼ਮੀਨਾਂ ਜਦੋਂ 에ਅਰਪੋਰਟ ਬਣਦਾ ਜਾਂ ਬਣਨ ਦੀ ਗੱਲਬਾਤ ਉੱਠਦੀ ਆ, ਤਾਂ ਫਿਰ ਉਹ ਕਰੋੜਾਂ ਦੇ ਵਿੱਚ ਜਿਹੜੀ ਉਹਦੀ ਡੀਲ ਹੁੰਦੀ ਹੈ। ਸੋ ਇਹ ਇਹਨਾਂ ਨੂੰ ਪਤਾ ਹੁੰਦਾ ਪਹਿਲਾਂ ਹੀ। ਸੋ ਜਿਹੜੀ ਇਹ ਇੰਡਸਟਰੀ ਦੇ ਨਾਂ ਤੇ ਜਾਂ ਫੋਕਲ ਪੁਆਇੰਟਾਂ ਦੇ ਨਾਂ ਤੇ ਵੀ ਇੱਕ ਠੱਗੀ ਮਾਰੀ ਗਈ ਪੰਜਾਬ ਦੇ ਨਾਲ, ਉਹ ਵੀ ਇਹਨਾਂ ਨੂੰ ਪਤਾ ਸੀ। ਮੰਨ ਲਓ ਇਹ 250 ਪਲਾਟ 2 ਨੰਬਰ ਦੇ ਵਿੱਚ ਆਪਣੇ ਲੋਕਾਂ ਦੇ ਨਾਲ ਅਲਾਟ ਕਰ ਦਿੱਤੇ, ਜਾਂ ਕਿਸੇ ਹੇਰਾਫੇਰੀਆਂ ਕਰਕੇ ਕੀਤੇ, ਤਾਂ ਉਹ ਇੱਕ ਲੰਬੀ ਪਲੈਨਿੰਗ ਦੇ ਤਹਿਤ ਕੀਤੇ ਗਏ ਸੀ। ਇਹਨਾਂ ਨੂੰ ਪਤਾ ਸੀ ਕਿ ਅੱਜ ਇੰਡਸਟਰੀ ਨਹੀਂ ਆ ਰਹੀ, ਕੱਲ ਨੂੰ ਆਏਗੀ, ਜਾਂ ਕੀ ਅਸੀਂ ਪਲੈਨਿੰਗਾਂ ਬਣਾਉਣੀਆਂ ਨੇ। ਤਾਂ ਉਹਦੇ ਵਾਸਤੇ ਇਹਨਾਂ ਨੇ 15 ਸਾਲ 20 ਸਾਲ 25 ਸਾਲ ਅੱਗੇ ਦੀ ਜਾ ਕੇ ਸੋਚ ਕੇ ਕੰਮ ਕੀਤੇ। ਹੁਣ ਉਹ ਪਲਾਟ ਵੇਚੇ ਕਿਵੇਂ? ਮੰਨ ਲਓ ਕਿਸੇ ਦੀ ਕੋਈ ਫੈਕਟਰੀ ਚੱਲਦੀ ਆ, ਉਹਨੂੰ ਕੋਈ ਨਾ ਕੋਈ ਜੁਰਮਾਨਾ ਪਾਤਾ ਕਿ ਤੇਰੇ ਕੰਮ ਦੇ ਵਿੱਚ ਆਹ ਗੜਬੜੀ ਆ, ਤੇਰੇ ਕੰਮ ਦੇ ਵਿੱਚ ਆਹ ਸਾਨੂੰ ਕੋਈ ਖਾਮੀ ਪਾਈ ਗਈ ਹੈ, ਤੇ ਉਹਨੂੰ 2 ਲੱਖ 3 ਲੱਖ ਦਾ ਜੁਰਮਾਨਾ ਪਾਤਾ। ਬੰਦੇ ਨੇ ਆਪਣਾ ਜੈਨੂਅਨ ਤਰੀਕੇ ਨਾਲ ਡਰਾਫਟ ਕੱਟਿਆ ਜਾਂ ਚੈੱਕ ਦਿੱਤਾ, ਜਿੱਦਾਂ ਵੀ ਪੇਮੈਂਟ ਕੀਤੀ, ਉਹ ਆ ਗਿਆ ਜੀ ਉੱਥੋਂ। ਹੁਣ ਉਸ ਬੰਦੇ ਨੇ ਤਾਂ ਆਪਣੇ ਵੱਲੋਂ ਤਾਂ ਜੁਰਮਾਨਾ ਭਰਿਆ, ਲੇਕਿਨ ਇਹਨਾਂ ਸ਼ਾਤਰ ਅਫਸਰਾਂ ਨੇ ਕੀ ਕੀਤਾ, ਉਹ ਜੁਰਮਾਨਾ ਦਿਖਾਉਣ ਦੀ ਬਜਾਏ ਇਹਨਾਂ ਨੇ ਸ਼ੋਅ ਕਰਤਾ ਵੀ ਜਿਹੜਾ 3 ਲੱਖ ਰੁਪਇਆ ਅਸੀਂ ਜੁਰਮਾਨੇ ਦਾ ਆਇਆ, ਉਹਦੇ ਵੱਲੋਂ ਤਾਂ ਜੁਰਮਾਨੇ ਦਾ ਗੱਲ। ਲੇਕਿਨ ਇਹਨਾਂ ਨੇ ਕੀ ਸ਼ੋਅ ਕੀਤਾ ਕਿ ਜੁਰਮਾਨਿਆਂ ਦੀ ਬਜਾਏ ਇਹ ਬੰਦੇ ਨੂੰ ਅਸੀਂ ਪਲਾਟ ਅਲਾਟ ਕਰ ਦਿੱਤਾ, 2.5 ਲੱਖ 3 ਲੱਖ ਦਾ, 5 ਲੱਖ ਦਾ, ਜਿੰਨੀ ਵੀ ਕੀਮਤ ਸੀ ਸਮੇਂ-ਸਮੇਂ ਤੇ ਪੈਂਦੀ ਰਹੀ। ਹੁਣ ਇੱਥੇ ਚਲਾਕੀ ਦੇਖੋ ਕਿ ਬੰਦਾ ਤਾਂ ਜੁਰਮਾਨੇ ਵਾਸਤੇ ਜਾਂ ਕਿਸੇ ਹੋਰ ਕੰਮ ਵਾਸਤੇ ਪੈਸੇ ਭਰਾ ਕੇ ਗਿਆ, ਤੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਰੇ ਨਾਂ ਤੇ ਅਫਸਰਾਂ ਨੇ ਪਲਾਟ ਵੀ ਇੱਕ ਜਾਰੀ ਕਰ ਦਿੱਤਾ ਹੈ ਕਰੋੜਾਂ ਰੁਪਏ ਦਾ, ਜਿਹੜਾ ਆਉਣ ਵਾਲੇ ਸਮੇਂ 'ਚ ਜਿਹਦੀ ਕੀਮਤ ਕਰੋੜਾਂ ਦੇ ਵਿੱਚ ਹੋਏਗੀ। ਤਾਂ ਉਦੋਂ ਇਦਾਂ ਜਗਾੜਬਾਜ਼ੀਆਂ ਕਰਕੇ ਇਹਨਾਂ ਨੇ ਇੱਕ ਪਲਾਟਾਂ ਦੀ ਕੀਮਤ 10 ਲੱਖ ਪਾਤੀ, ਗਏ ਦੀ 12, ਗਏ ਦੀ 15 ਕਰ ਕਰਾ ਕੇ, ਤੇ ਸਰਕਾਰ ਦੇ ਖਜ਼ਾਨੇ 'ਚ ਪੈਸੇ ਵੀ ਪਾਏ। ਤੇ ਉਹੀ ਜਦੋਂ ਜਿਵੇਂ 2000 ਦੇ ਵਿੱਚ ਪ੍ਰਾਪਰਟੀਆਂ ਦੀ ਕੀਮਤ ਵਧੀ, ਇੰਡਸਟਰੀ ਆਉਣਾ ਸ਼ੁਰੂ ਹੋਈ ਪੰਜਾਬ ਦੇ ਵਿੱਚ, ਤਾਂ ਉਦੋਂ ਉਹ ਜਿਹੜਾ 5-5 ਲੱਖ ਦਾ 10-10 ਲੱਖ ਦਾ ਪਲਾਟ ਸੀ, ਉਹਦੀ ਕੀਮਤ ਹੋ ਗਈ ਹੁਣ 5-5 ਕਰੋੜ ਰੁਪਈਆ। ਤਾਂ ਉਹ ਫਿਰ ਇਹਨਾਂ ਨੇ ਜਿੰਨੇ ਇੰਡਸਟਰੀ ਲਾਉਣੀ ਸੀ ਉਹਨੂੰ ਵੇਚਣਾ ਸ਼ੁਰੂ ਕਰ ਦਿੱਤਾ। ਮਤਲਬ ਜਿਹੜਾ ਕਿ ਹੇਰਾਫੇਰੀ ਨਾਲ ਖਰੀਦਿਆ ਗਿਆ ਪਲਾਟ, ਦੱਬਿਆ ਗਿਆ ਪਲਾਟ, ਜਿਹਦੇ ਨਾ ਜਗਾੜਬਾਜ਼ੀ ਕਰਕੇ, ਤੇ ਉਹਦਾ ਇਹਨਾਂ ਨੇ 5-5 ਕਰੋੜ ਰੁਪਈਆ ਜਿੰਨਾ ਵੀ ਕੀਮਤ ਬਣੀ, ਉਹ ਕਰੋੜਾਂ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ। ਹੁਣ ਕੱਲਾ ਇੱਥੇ ਇਹ ਨਹੀਂ ਕਿ ਜੁਰਮਾਨੇ ਲਾ ਲਾ ਕੇ ਵੇਚਿਆ ਗਿਆ। ਹੁਣ ਇਹ ਵੀ ਨਹੀਂ ਪਤਾ ਕਿ ਜਿਹੜਾ ਮੰਨ ਲਓ ਕੋਈ ਮੈਂ ਜਸਪਾਲ ਸਿੰਘ ਆ, ਜਾਂ ਕੋਈ ਹੋਰ ਹਰਪਾਲ ਸਿੰਘ ਆ, ਕੋਈ ਦਲਜੀਤ ਸਿੰਘ ਆ, ਤੇ ਇਹ ਬੰਦੇ ਜਿਉਂਦੇ ਵੀ ਆ ਜਾਂ ਧਰਤੀ ਤੇ ਆਏ ਵੀ ਆ ਜਾਂ ਨਹੀਂ ਆਏ, ਕੀ ਜਗਾੜਬਾਜ਼ੀ ਕੀਤੀ। ਕਈ ਥਾਈਂ ਤਾਂ ਇਹ ਰਿਕਾਰਡ ਵੀ ਸਾਬਤ ਨਹੀਂ ਕਰ ਪਾਏ, ਉਹਦੀਆਂ ਵੀ ਅੱਗੇ ਜਾ ਕੇ ਆਪਾਂ ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ ਹੋਇਆ ਕੀ। ਸੋ ਇਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਸੀ ਕਰਪਸ਼ਨ ਕਰਨਾ ਸ਼ੁਰੂ ਕੀਤਾ। ਮੇਰੇ ਖਿਆਲ ਨਾਲ ਗੱਲ ਤੁਹਾਨੂੰ ਇੱਕ ਜਿਹੜਾ ਕਰਪਸ਼ਨ ਦਾ ਇੱਕ ਪਾਰਟ ਤਾਂ ਸਮਝ ਆ ਗਿਆ ਹੋਵੇਗਾ ਨਾ, ਕਿ ਕਿਵੇਂ ਇਹਨਾਂ ਨੇ ਝੂਠ ਬੋਲ ਕੇ ਜਾਂ ਕਾਗਜ਼ਾਂ ਵਿੱਚ ਹੇਰਾਫੇਰੀ ਕਰਕੇ ਤੇ ਕਰੋੜਾਂ ਰੁਪਏ ਦੇ ਜਿਹੜੇ ਪ੍ਰਾਪਰਟੀਆਂ ਸੀ ਉਹ ਦੱਬਣੀਆਂ ਸ਼ੁਰੂ ਕਰ ਦਿੱਤੀਆਂ। ਇਸ ਭ੍ਰਸ਼ਟਾਚਾਰ ਦੀਆਂ, ਇਸ ਠੱਗੀ ਠੋਰੀ ਦੀਆਂ ਪਰਤਾਂ ਕਿਵੇਂ ਖੁੱਲੀਆਂ ਜਦੋਂ ਇਨਕਮ ਟੈਕਸ ਨੇ ਡਿਮਾਂਡ ਕੀਤੀ ਕਿ ਆਹ ਪਲਾਟ ਇੰਨੇ ਨੇ ਵਿਕੇ ਆ, ਇਹਨਾਂ ਦਾ ਸਾਨੂੰ ਰਿਕਾਰਡ ਦਿਓ ਤਾਂ ਕਿ ਅਸੀਂ ਪਤਾ ਕਰੀਏ ਵੀ ਇਹਨਾਂ ਦੇ ਕੋਲ ਇੰਨੇ ਪੈਸੇ ਕਿੱਥੋਂ ਆਏ। ਹੁਣ ਕੋਈ ਰਿਕਾਰਡ ਹੋਵੇ ਤਾਂ ਦੇਣ, ਕਿਉਂਕਿ ਇਨਕਮ ਟੈਕਸ ਨੇ ਤਾਂ ਪ੍ਰੋਪਰ ਡਾਕੂਮੈਂਟੇਸ਼ਨ ਦੇ ਤੌਰ ਦੇ ਉੱਪਰ ਹੀ ਕਾਰਵਾਈ ਕਰਨੀ ਸੀ ਨਾ। ਉਹਨਾਂ ਨੂੰ ਤਾਂ ਚਾਹੀਦਾ ਸੀ ਕਿ ਮਾਲਕ ਕੌਣ ਹੈ, ਉਹਨਾਂ ਦੇ ਐਡਰੈਸ ਕਿੱਥੇ ਨੇ, ਕੀ ਕਰਦੇ ਨੇ, ਕਿੱਥੋਂ ਉਹਨਾਂ ਕੋਲ ਪੈਸਾ ਆਇਆ, ਤੇ ਇਹ ਡਾਕੂਮੈਂਟ ਹੀ ਨਹੀਂ ਸਾਬਤ ਕਰ ਪਾਏ। ਹੁਣ ਵੀ ਕੁਝ ਪਲਾਟ ਇੱਥੇ ਮੋਹਾਲੀ ਦੇ ਵਿੱਚ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਅੱਜ ਵੀ ਵਾਲੀ ਵਾਰਸ ਨਹੀਂ ਹੈਗਾ, ਉਹਦੀਆਂ ਵੀ ਰਜਿਸਟਰੀਆਂ ਕਰਾਉਣ ਲੱਗੇ ਸੀ, ਕੈਂਸਲ ਵੀ ਕੀਤੀਆਂ। ਬਾਅਦ ਚੋਂ ਸਤਨਾਮ ਦਾਊ ਹੋਣਾ ਨੇ ਰੌਲਾ ਪਾਇਆ, ਜਿਹੜੇ ਪੰਜਾਬ ਅਗੇਂਸਟ ਕਰਪਸ਼ਨ ਵਾਲੀ ਜਿਹੜੀ ਸੰਸਥਾ ਆ, ਉਹ ਕਾਫੀ ਰੌਲਾ ਪਿਆ। ਉਸ ਤੋਂ ਬਾਅਦ ਇਹਨਾਂ ਨੇ ਕੈਂਸਲ ਵੀ ਕੀਤੀਆਂ ਰਜਿਸਟਰੀਆਂ, ਪਲਾਟ ਜਿਹੜੇ ਸੀ ਅਲਾਟ ਕਰਨੇ ਸੀ ਜਿਨ੍ਹਾਂ ਨੂੰ, ਤੇ ਉਹ ਇਹਨਾਂ ਨੂੰ ਕੈਂਸਲ ਕਰਨੇ ਪਏ।
ਜਿਹੜੇ ਪਲਾਟ ਸਤਨਾਮ ਦਾਊ ਹੋਣਾ ਦੇ ਜਾਂ ਉਹਨਾਂ ਦੀ ਸਾਰੀ ਟੀਮ ਵੱਲੋਂ ਪ੍ਰੈਸ਼ਰਾਈਜ਼ ਕਰਕੇ ਰੌਲਾ ਰੂਲਾ ਪਾਉਣ ਕਰਕੇ ਕੈਂਸਲ ਕਰਵਾਏ, ਤੇ ਉਹਨਾਂ ਦੀ ਕੀਮਤ ਵੀ ਤਕਰੀਬਨ 100 ਕਰੋੜ ਰੁਪਇਆ ਬਣਦੀ ਸੀ। ਤੁਸੀਂ ਆਪ ਹਿਸਾਬ ਲਾਓ, ਤੇ ਜਿਹੜੇ ਇਹ ਪਲਾਟ ਨੇ 200 300 500 ਤੱਕ ਵੀ ਇਹ ਪਲਾਟਾਂ ਦੀ ਗਿਣਤੀ ਹੋ ਸਕਦੀ ਹੈ। ਤਾਂ ਤੁਸੀਂ ਇੱਕ ਪਲਾਟ ਨੂੰ ਜੇ 100 ਕਰੋੜ ਨਾਲ ਵੀ ਆਪਾਂ ਕਰਦੇ ਤਾਂ ਕਿੱਥੇ ਗੱਲ ਜਾਂਦੀ ਹੈ। ਹੁਣ ਜਦੋਂ ਗੱਲ ਛੋਟੀ ਤਾਂ ਹੈ ਨਹੀਂ ਸੀ ਵੀ ਇੰਨਾ ਵੱਡਾ, ਜੇ ਤੁਸੀਂ ਘਪਲੇ ਲੋਕਾਂ ਨੂੰ ਪਲਾਟ ਅਲਾਟ ਕਰ ਰਹੇ ਹੋ, ਮੰਨ ਲਓ ਸਤਿੰਦਰ ਨੂੰ ਅਲਾਟ ਕੀਤਾ ਪਲਾਟ ਤੁਸੀਂ, ਤਾਂ ਉਹ ਸਤਿੰਦਰ ਕਿੱਥੇ ਆ, ਕੌਣ ਆ ਸਤਿੰਦਰ, ਉਹਦੇ ਡਾਕੂਮੈਂਟ ਕਿੱਥੇ, ਉਹ ਨਹੀਂ ਦੇ ਪਾਏ, ਤਾਂ ਫਿਰ ਜ਼ਾਹਰ ਜੀ ਗੱਲ ਹੈ, ਸਿੰਪਲ ਜੀ ਗੱਲ ਹੈ ਕਿ ਇਨਕੁਆਇਰੀ ਸ਼ੁਰੂ ਹੋਣੀ ਸੀ, ਤਾਂ ਵਿਜੀਲੈਂਸ ਨੇ ਇਹਦੀ ਇਨਕੁਆਇਰੀ ਸ਼ੁਰੂ ਕੀਤੀ। ਹੁਣ ਜਦੋਂ ਇਨਕੁਆਇਰੀ ਸ਼ੁਰੂ ਹੋਈ ਤਾਂ ਫਿਰ ਉੱਥੇ ਦਾ ਡਾਕੂਮੈਂਟ ਦੇਣੇ ਹੀ ਪੈਣੇ ਸੀ ਜਾ ਕੇ। ਤਾਂ ਇਹਨਾਂ ਨੇ ਕੀ ਕੀਤਾ, ਵਿਜੀਲੈਂਸ ਦੇ ਕੋਲੇ ਜਾ ਕੇ ਗੱਲ ਕਹਿ ਦਿੱਤੀ ਕਿ ਜਿਹੜੇ ਸਾਡੇ 300 ਕੁਛ ਪਲਾਟਾਂ ਦਾ ਜਿਹੜਾ ਸੀ ਵੇਰਵਾ, ਜਿਹੜੇ ਡਾਕੂਮੈਂਟ ਸੀ, ਉਹ ਤਾਂ ਜੀ ਸਿਉਂਕ ਖਾ ਗਈ। ਠੀਕ ਹੈ ਜੀ। ਹੁਣ ਬੜੀ ਹੈਰਾਨੀ ਦੀ ਗੱਲ ਆ, ਇਹ ਸਿਉਂਕ ਪਤਾ ਕਿਹੜੀ ਸੀ, ਜਿਹੜੀ ਟਾਈ ਵੀ ਲਾਉਂਦੀ ਆ, ਕੋਟ ਪੈਂਟ ਪਾਉਂਦੀ ਆ, ਜਿਹੜੀ 1.5 2 ਲੱਖ ਰੁਪਈਆ ਤਨਖਾਹ ਲੈਂਦੀ ਆ, ਰਿਟਾਇਰਮੈਂਟ ਤੋਂ ਬਾਅਦ ਇਸ ਸਿਉਂਕ ਨੂੰ ਪੈਨਸ਼ਨਾਂ ਵੀ ਦੇਣੀਆਂ ਪੈਂਦੀਆਂ ਨੇ, ਸਰਵਿਸ ਦੇ ਦੌਰਾਨ ਇਸ ਸਿਉਂਕ ਨੂੰ ਸਿਕਿਉਰਟੀਆਂ, ਗੱਡੀਆਂ ਦੇ ਕਾਫਲੇ, ਹੋਰ ਪਤਾ ਨਹੀਂ ਅਨੇਕਾਂ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਵੀ ਦੇਣੀਆਂ ਪੈਂਦੀਆਂ ਨੇ। ਤੇ ਇਹੀ ਸਿਉਂਕ ਆ ਜਿਹੜੀ ਦਬਕੇ ਵੀ ਮਾਰਦੀ ਆ ਲੋਕਾਂ ਨੂੰ, ਝੂਠੇ ਪਰਚੇ ਵੀ ਕਰਾਉਂਦੀ ਆ ਲੋਕਾਂ ਦੇ ਉੱਪਰ, ਜਿਹੜੇ ਵੀ ਲੋਕ ਬੋਲਦੇ ਨੇ। ਸੋ ਇਹ ਸਿਉਂਕ ਨੇ ਜਿਹੜੀ ਸੀ ਪਲਾਟਾਂ ਦੇ ਦਸਤਾਵੇਜ਼ ਖਾ ਲਏ। ਠੀਕ ਹੈ ਜੀ। ਸੋ ਇਹ ਵਾਲੀ ਸਿਉਂਕ ਨੇ ਖਾਦੇ ਡਾਕੂਮੈਂਟ। ਜਿਹੜੀ ਸਿਉਂਕ ਆਪਾਂ ਜਾਣਦੇ ਆ ਵੀ ਉਹ ਲੱਕੜਾਂ ਲੁੱਕੜਾਂ ਖਾ ਲੈਂਦੀ ਹੈ, ਉਹਨੇ ਨਹੀਂ ਖਾਦੇ, ਇਹ ਸਿਉਂਕ ਨੇ ਖਾਦੇ। ਸਿਉਂਕ ਖਾਣ ਦੀ ਗੱਲ ਕੀਤੀ ਵੀ ਕਿਉਂ ਗਈ, ਕਿਉਂਕਿ ਫਿਰ ਸਿੰਪਲ ਜੀ ਗੱਲ ਹੈ ਵੀ ਜਦੋਂ ਕੋਈ ਹੈ ਹੀ ਨਹੀਂ ਚੀਜ਼, ਮੰਨ ਲਓ ਅਸੀਂ ਕੋਈ ਬੰਦਾ, ਪੁਲਿਸ ਲੱਭਣ ਆਉਂਦੀ ਕਿਸੇ ਨੂੰ, ਆਪਾਂ ਕਹਿੰਦੇ ਉਹ ਤਾਂ ਬੰਦਾ ਹੀ ਮਰ ਗਿਆ, ਹੈ ਹੀ ਨਹੀਂ ਸੰਸਾਰ ਤੇ, ਫਿਰ ਪੁਲਿਸ ਕੀ ਕਰ ਲੂਗੀ, ਉਹਦਾ ਕਾਗਜ਼ਾਂ 'ਚ ਲਿਖਣਾ ਹੀ ਪੈਣਾ ਉਹਨੂੰ ਵੀ ਬੰਦਾ ਮਰ ਗਿਆ ਜੀ, ਭਾਵੇਂ ਇੱਥੇ ਕਿਤੇ ਲੁਕਾਇਆ ਹੀ ਹੋਵੇ। ਅਸੀਂ ਕਈ ਇਹੋ ਜਿਹੇ ਕੇਸ ਮਿਲ ਜਾਂਦੇ ਆ। ਸੋ ਉਸ ਤੋਂ ਬਾਅਦ ਫਿਰ ਸਤਨਾਮ ਦਾਊ ਹੋਣਾ ਨੇ ਪੰਜਾਬ ਅਗੇਂਸਟ ਕਰਪਸ਼ਨ ਜਿਹੜੀ ਸੰਸਥਾ ਆ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਇੱਕ ਡਾਕੂਮੈਂਟ ਦਿਖਾਏ, ਰਜਿਸਟਰੀਆਂ ਦਿਖਾਈਆਂ ਕਿ ਜੇ ਇਹਨਾਂ ਪਲਾਟਾਂ ਦੇ ਰਿਕਾਰਡ ਜਿਹੜੇ ਨੇ, ਦਸਤਾਵੇਜ਼ ਜਿਹੜੇ ਨੇ, ਉਹ ਸਿਉਂਕ ਖਾ ਗਈ, ਤਾਂ ਆਹ ਰਜਿਸਟਰੀਆਂ ਕਿੱਥੋਂ ਆਈਆਂ ਜੀ, ਇਹ ਰਜਿਸਟਰੀਆਂ ਤੁਸੀਂ ਕਿਵੇਂ ਕਰ ਰਹੇ ਹੋ, ਕਿਵੇਂ ਤੁਸੀਂ ਅਲਾਟ ਕਰ ਰਹੇ ਹੋ ਪਲਾਟ। ਮਤਲਬ ਸਿੰਪਲ ਜੀ ਗੱਲ ਹੈ ਵੀ ਹੇਰਾਫੇਰੀ ਕੀਤੀ ਸੀ, ਔਰ ਹੇਰਾਫੇਰੀ ਇਹਨਾਂ ਦੀ ਬੜੇ ਸਿੰਪਲ ਜਿਹੇ ਤਰੀਕੇ ਨਾਲ ਹੀ ਫੜੀ ਗਈ। ਉਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਮੇਰਾ ਖਿਆਲ 2-3 ਪਲਾਟਾਂ ਦਾ ਵੇਰਵਾ ਦੇ ਦਿੱਤਾ ਵੀ ਆਹ ਚੱਕੋ ਜੀ, ਸਾਡੇ ਕੋਲ ਸਾਰਾ ਰਿਕਾਰਡ ਪਿਆ, ਹਨਾ। ਸੋ ਇਸ ਤਰੀਕੇ ਨਾਲ ਇਹਨਾਂ ਨੇ ਕੀਤਾ ਇਹ ਕੰਮ, ਜਿਹੜਾ ਇੱਕ ਠੱਗੀ ਮਾਰੀ ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ। ਜਿਹੜੀ ਸਤਨਾਮ ਦਾਊ ਹੋਣਾ ਨੇ ਵੀ ਗੱਲ ਕੀਤੀ ਸੀ, ਉਹਦੇ ਵਿੱਚ ਵੀ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਕਿ ਜਿਹੜੇ ਇਹ ਪਲਾਟ ਵੇਚੇ ਜਾ ਰਹੇ ਸੀ, ਉਹਦੇ ਵਿੱਚ ਇਹਨਾਂ ਨੇ ਲੀਡਰਾਂ ਦੇ ਨਾਲ ਰਲ ਕੇ, ਮੰਤਰੀਆਂ ਦੇ ਨਾਲ ਰਲ ਕੇ, ਅੱਗੇ ਦਲਾਲ ਜਿਹੜੇ ਸੀ, ਪ੍ਰਾਪਰਟੀ ਡੀਲਰ ਜਿਹੜੇ ਸੀ, ਉਹ ਰੱਖੇ ਹੋਏ ਸੀ, ਉਹਨਾਂ ਨੂੰ ਅਥਾਰਟੀ ਦਿੱਤੀ ਸੀ ਕਿ ਤੁਸੀਂ ਵੇਚੀ ਜਾਓ। ਹੁਣ ਇੱਕ ਡੀਲਰ ਆ, ਉਹ ਇੱਕ ਮਹਿਕਮੇ ਦਾ ਬੰਦਾ ਤਾਂ ਹੈ ਨਹੀਂ, ਉਹ ਰਿਕਾਰਡ 'ਚ ਨਹੀਂ ਆਉਂਦਾ, ਇਸ ਤਰੀਕੇ ਦੇ ਵਿੱਚ ਚਲਾਕੀ ਕੀਤੀ ਸੀ। ਪਰ ਸਵਾਲ ਤਾਂ ਇਹ ਆ ਵੀ ਜੇ ਤੁਸੀਂ ਕਹਿੰਦੇ ਹੋ ਵੀ ਸਿਉਂਕ ਖਾ ਗਈ ਰਿਕਾਰਡ, ਤਾਂ ਉਹ ਡੀਲਰ ਪਲਾਟ ਕਿਵੇਂ ਵੇਚ ਰਿਹਾ, ਜਿਹੜੇ PSIEC ਦੇ ਅਧਿਕਾਰਤ ਖੇਤਰ ਦੇ ਅੰਦਰ ਆਉਂਦੇ ਆ, ਜਿਹੜੇ ਫੋਕਲ ਪੁਆਇੰਟ ਦੇ ਨਾਲ ਸੰਬੰਧਿਤ ਨੇ, ਇੰਡਸਟਰੀ ਲਾਉਣ ਵਾਸਤੇ ਦਿੱਤੇ ਗਏ ਨੇ। ਹੁਣ ਸਿਰਫ ਗੱਲ ਇੱਕ ਆਪਾਂ ਮੁਹਾਲੀ ਦੀ ਹੀ ਕਰ ਰਹੇ ਹਾਂ, ਪਰ ਜੇ ਇਹਦੀ ਪ੍ਰੋਪਰ ਇਨਕੁਆਇਰੀ ਹੋਵੇ ਤਾਂ ਇਹ ਸਾਰੇ ਪੰਜਾਬ ਦੇ ਵਿੱਚ ਹੀ ਇਸ ਤਰੀਕੇ ਦੀ ਗੱਲਬਾਤ, ਇਸ ਤਰੀਕੇ ਦੀ ਠੱਗੀ ਠੋਰੀ ਹੋ ਸਕਦੀ ਹੈ। ਹੁਣ ਇਹਦੇ ਵਿੱਚ ਹੋਇਆ ਕਿ ਜੇ ਇੰਨੇ ਕੁ ਸਕੈਮ ਦੇ ਵਿੱਚ ਹੀ ਵੀ ਤੁਸੀਂ ਰਿਕਾਰਡ ਪੇਸ਼ ਨਹੀਂ ਕਰ ਪਾਏ, ਤੁਹਾਡੇ ਸਿਸਟਮ ਦੇ ਵਿੱਚ ਬੜੀਆਂ ਖਾਮੀਆਂ ਨੇ, ਜੇ ਇੱਥੇ ਪਰਚਾ ਹੁੰਦਾ ਤਾਂ ਬੜੇ ਲੋਕਾਂ ਨੇ ਨੰਗੇ ਹੋਣਾ ਸੀ। ਤਾਂ ਇਹਨਾਂ ਨੇ ਕੀ ਕੀਤਾ, ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹੁੰਦੇ ਸੀ, ਜਿਹੜੇ ਅੱਜ ਕੱਲ ਬੀਜੇਪੀ ਦੇ ਵਿੱਚ ਕਮਲ ਦਾ ਫੁੱਲ ਖਿਲਾ ਰਹੇ ਨੇ, ਜਿਹੜੇ ਪੰਜਾਬ ਦੇ ਵਿੱਚ ਉਹਨਾਂ ਤੋਂ ਨਹੀਂ ਖਿੜਿਆ ਤੇ ਹੁਣ ਉੱਧਰ ਜਾ ਕੇ ਚਾਰ ਚੰਦ ਲਾ ਰਹੇ ਨੇ ਬੀਜੇਪੀ ਦੇ ਵਿੱਚ। ਉਹਨਾਂ ਦੇ ਨਾਲ ਰਲ ਕੇ ਇੱਕ ਸਾਜ਼ਿਸ਼ ਕੀਤੀ ਗਈ, ਇੱਕ ਨਵੀਂ ਖੇਡ ਖੇਡੀ ਗਈ, ਕਿਉਂਕਿ ਹੁਣ ਇਨਕੁਆਇਰੀ ਤਾਂ ਅੱਗੇ ਵਧਣੀ ਸੀ। ਤਾਂ ਇਹਨਾਂ ਨੇ ਇਨਕੁਆਇਰੀ ਰੋਕਣ ਵਾਸਤੇ ਇੱਕ ਗੱਲ ਬਣਾਈ ਕਿ ਮੁੱਖ ਮੰਤਰੀ ਸਾਹਿਬ ਨੇ ਹੁਕਮ ਦਿੱਤਾ ਹੈ ਵਿਜੀਲੈਂਸ ਦੀ ਇਨਕੁਆਇਰੀ ਨੂੰ ਰੋਕਣ ਵਾਸਤੇ। ਇਹਨਾਂ ਨੇ ਇੱਕ ਆਪਣੇ ਵੱਲੋਂ ਕਮੇਟੀ ਬਣਾ ਲਈ, PSIEC ਡਿਪਾਰਟਮੈਂਟ ਨੇ, ਕਾਰਪੋਰੇਸ਼ਨ ਨੇ ਆਪਣੇ ਵੱਲੋਂ 3 IAS ਅਫਸਰਾਂ ਦੀ ਕਮੇਟੀ ਬਣਾ ਲਈ ਕਿ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਹੈ ਕਿ ਇਹ 3 ਅਫਸਰ ਜਿਹੜੀ ਆ ਹੁਣ ਸਾਰੀ ਤਫਤੀਸ਼ ਕਰਨਗੇ, ਜਾਂਚ ਪੜਤਾਲ ਕਰਨਗੇ, ਵਿਜੀਲੈਂਸ ਦੀ ਇਨਕੁਆਇਰੀ ਦੀ ਕੋਈ ਲੋੜ ਨਹੀਂ, ਹੈ ਨਾ। ਹੁਣ ਉੱਥੇ ਵੀ ਰੌਲਾ ਪੈ ਗਿਆ ਵੀ ਜੇ ਮੁੱਖ ਮੰਤਰੀ ਨੇ ਤੁਹਾਨੂੰ ਇਹ ਕਿਹਾ ਆ ਵੀ ਤੁਸੀਂ ਇਹ ਇਨਕੁਆਇਰੀ ਕਮੇਟੀ ਬਣਾਓ, ਹਨਾ, ਮੁੱਖ ਮੰਤਰੀ ਐਂ ਤਾਂ ਕਹਿ ਨਹੀਂ ਸਕਦਾ ਵੀ ਕਮੇਟੀ ਬਣਾਓ, ਤਾਂ ਉਹ ਚਿੱਠੀ ਕਿੱਥੇ ਆ। ਹੁਣ ਫੇਰ ਫਸ ਗਏ, ਪਹਿਲਾਂ ਤਾਂ ਸਿਉਂਕ ਖਾ ਗਈ, ਹੁਣ ਚਿੱਠੀ ਕਿੱਥੋਂ ਸਾਬਤ ਕਰਨ। ਤੇ ਫਿਰ ਹੋਇਆ ਕਿ ਮੈਂ ਤੁਹਾਨੂੰ ਡਾਕੂਮੈਂਟ ਦਿਖਾਉਣਾ ਹੈ ਜੀ, ਇਹ ਪਹਿਲਾਂ ਤੋਂ ਤੁਸੀਂ ਆ ਮਾੜਾ ਜਿਹਾ ਦੇਖਿਓ, 1 ਮਿੰਟ। ਇਹ ਚਲੋ ਥੋੜਾ ਧੁੰਦਲਾ ਜਿਹਾ ਪੜਿਆ ਨਹੀਂ ਜਾ ਰਿਹਾ, ਪਰ ਇਹਦੇ ਵਿੱਚ ਗੱਲਾਂ ਪੜਨ ਵਾਲੀਆਂ ਨੇ
ਵੀ ਵਿਜੀਲੈਂਸ ਇਨਕੁਆਇਰੀ ਨੰਬਰ ਮਿਤੀ 4/4/2018 ਵਿਰੁੱਧ ਸ੍ਰੀ ਜਸਵਿੰਦਰ ਰੰਧਾਵਾ ਐਂਡ ਅਦਰਸ ਉਪਰੋਕਤ ਵਿਸ਼ੇ ਤੇ ਆਪ ਜੀ ਦੇ ਮੀਮੋ ਨੰਬਰ 9/50 ਸਾਰਾ ਆ ਗਿਆ ਜੀ, ਹੈ ਨਾ, 2019 ਦੇ ਹਵਾਲੇ ਵਿੱਚ ਇਸ ਸੰਬੰਧ ਵਿੱਚ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਆਪਣੇ ਪੱਤਰ ਨੰਬਰ 4557 ਮਿਤੀ 30/1/2019 ਰਾਹੀਂ ਨਿਗਮ ਦੇ ਕਰਮਚਾਰੀਆਂ ਅਧਿਕਾਰੀਆਂ ਵਿਰੁੱਧ ਜਿਹੜਾ ਕਰਪਸ਼ਨ ਐਕਟ ਬਣਿਆ ਹੋਇਆ 2018 ਦਾ, ਉਹਦੇ ਅਧੀਨ ਕੇਸ ਦਰਜ ਕਰਨ ਲਈ ਪ੍ਰਵਾਨਗੀ ਮੰਗੀ ਗਈ ਸੀ ਤਾਂ ਜੋ ਉਹਨਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਸਕੇ। ਹੁਣ ਅੱਗੇ ਕਮਾਲ ਦੀ ਗੱਲ ਪੜਨ ਵਾਲੀ ਹੈ। ਇਸ ਸਬੰਧ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇਸ ਹਵਾਲੇ ਨਾਲ ਸੰਬੰਧਿਤ ਸਾਰੇ ਮਾਮਲਿਆਂ ਦੀ ਘੋਖ ਕਰਨ ਲਈ ਹੇਠ ਲਿਖੇ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਈ ਗਈ ਹੈ। ਹੁਣ ਆ 3 IAS ਅਫਸਰਾਂ ਦੀ ਸੀਐਮ ਸਾਹਿਬ ਦੀ ਜਿਹੜੀ ਉਹ ਕਹਿ ਰਹੇ ਨੇ ਵੀ ਰਹਿਨੁਮਾਈ ਹੇਠ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਮੁੱਖ ਮੰਤਰੀ ਦੇ ਇਹ 3 ਅਫਸਰਾਂ ਦੀ ਕਮੇਟੀ ਬਣਾ ਦਿੱਤੀ ਗਈ ਹੈ। ਹੁਣ ਸੀਐਮ ਨੇ ਜਿਹੜੀ ਚਿੱਠੀ ਦਾ ਰੌਲਾ ਮੈਂ ਪਹਿਲਾਂ ਕਹਿ ਰਿਹਾ ਸੀਐਮ ਇਦਾਂ ਦਾ ਆਰਡਰ ਕਰੂਗਾ ਨਹੀਂ, ਉਹ ਚਿੱਠੀ ਕਿੱਥੇ ਗਈ, ਚਿੱਠੀ ਵੀ ਸਾਬਤ ਨਹੀਂ ਕਰ ਪਾਏ। ਫਿਰ RTI ਪੈਂਦੀ ਹੈ, ਇੱਕ RTI ਦੇ ਵਿੱਚ ਵੀ ਇਹ ਪੁੱਛਿਆ ਜਾਂਦਾ ਵੀ ਆ ਸਾਰਾ ਕੁਝ ਲਿਖਿਆ ਆ, ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਮੰਗੀ ਗਈ ਹੈ ਵੀ ਜਿਹੜੀ ਚੀਫ ਮਿਨਿਸਟਰ ਨੇ ਆਰਡਰ ਕੀਤੇ ਆ ਉਹਦੇ ਜਿਹੜੀ ਲੈਟਰ ਹੈ ਜਾਂ ਜੋ ਵੀ ਜਿਹੜੇ ਆਰਡਰ ਨੇ ਉਹ ਸਾਨੂੰ ਦਿਓ ਜੀ। ਉਹਦੇ ਵਿੱਚ ਫਿਰ ਇਹ ਮਨਾ ਕਰਦੇ ਆ, ਇਨ ਦਿਸ ਕਨੈਕਸ਼ਨ ਇਟ ਇਜ਼ ਸਟੇਟਡ that this file oblique information is related to the office of superintendent department of industries and commerce। ਮਤਲਬ ਇਹ ਕਹਿ ਰਹੇ ਨੇ ਜਿਹੜੀ ਤੁਸੀਂ ਇਨਫੋਰਮੇਸ਼ਨ ਮੰਗ ਰਹੇ ਜੇ ਮੁੱਖ ਮੰਤਰੀ ਦੇ ਆਰਡਰਾਂ ਬਾਰੇ ਵੀ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ 3 ਅਫਸਰਾਂ ਦੀ, ਉਹ ਵੀ ਇਹ ਸਾਡੇ ਆ ਜਿਹੜਾ PSIEC ਡਿਪਾਰਟਮੈਂਟ ਆ ਇਹਦੇ ਕੋਲ ਨਹੀਂ ਹੈਗੀ, ਇਹ ਹੈਗੀ ਹੈ ਜੀ ਕਮਰਸ ਡਿਪਾਰਟਮੈਂਟ ਦੇ ਕੋਲ। ਚਲੋ ਜੀ ਅੱਗੇ ਗੱਲ ਤੁਰਦੀ ਹੈ ਜੀ। ਹੁਣ ਅੱਗੇ ਕਮਰਸ ਵਿਭਾਗ ਕੀ ਜਵਾਬ ਦਿੰਦਾ ਆ, ਸੇਵਾ ਵਿਖੇ ਮੈਨੇਜਿੰਗ ਡਾਇਰੈਕਟਰ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ, ਮਤਲਬ ਇਹ ਉਹੀ ਇਹਨਾਂ ਨੂੰ ਕਹਿ ਰਿਹਾ ਜੀ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ, ਇਹਨਾਂ ਨੂੰ ਅੱਗੇ ਪੰਜਾਬੀ ਚ ਲਿਖਿਆ ਉਹਨਾਂ ਨੇ। ਚਲੋ ਜੀ ਉਹ ਕਹਿ ਰਹੇ ਨੇ ਵੀ ਉਪਰੋਕਤ ਵਿਸ਼ੇ ਤੇ ਆਪ ਦੇ ਪੱਤਰ ਨੰਬਰ ਆ ਸਾਰਾ ਆ ਗਿਆ ਜੀ, ਹੈ ਨਾ, ਤਰੀਕ ਵੀ ਹੈਗੀ 2021 10 ਤਰੀਕ ਤੀਜਾ ਮਹੀਨਾ, ਤੇ ਵਿਸ਼ੇ ਅੰਕਿਤ ਮਾਮਲੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਵੱਲੋਂ ਜਿਸ ਨੋਟਿੰਗ ਤੇ ਕਮੇਟੀ, ਨੋਟਿੰਗ ਲਿਖਿਆ ਪਤਾ ਨਹੀਂ ਨੋਟਿਸ, ਚਲੋ ਜੋ ਵੀ ਹੈ ਪੜਿਆ ਨਹੀਂ ਜਾ ਰਿਹਾ ਸਾਫ਼ ਤੇ ਕਮੇਟੀ ਗਠਿਤ ਕਰਨ ਦੇ ਆਰਡਰ ਕੀਤੇ ਹਨ ਉਸ ਸੰਬੰਧੀ ਆਪ ਦੇ ਪੱਤਰ ਨੰਬਰ ਆ ਸਾਰਾ ਨੰਬਰ ਅੱਗੇ ਆ ਗਿਆ ਜੀ। ਫਿਰ ਰਾਹੀਂ ਸਪਸ਼ਟ ਹੁੰਦਾ ਹੈ ਕਿ ਇਹ ਹੁਕਮ ਆਪ ਦੀ ਮਿਸਲ ਤੇ ਉਪਲਬਧ ਹਨ ਅਤੇ ਇਹ ਸਰਕਾਰ ਦੇ ਮਿਸਲ ਤੇ ਉਪਲਬਧ ਨਹੀਂ ਹਨ। ਉਹ ਵਾਪਸ ਉਹਨਾਂ ਨੂੰ ਕਹਿ ਰਹੇ ਆ ਕੀ ਕਹਿ ਰਹੇ ਨੇ ਵੀ ਆਹ ਦੇਖੋ ਇੱਥੇ ਹੈ ਨਾ ਵੀ ਇਹ ਜਿਹੜਾ ਆ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਕਾਮਰਸ ਪੰਜਾਬ ਦੇ ਕੋਲ ਇਹ ਇਨਫੋਰਮੇਸ਼ਨ ਮਿਲ ਗਈ, ਉੱਥੇ ਰਿਕਾਰਡ ਆ ਸਾਰਾ। ਇਹ ਕਹਿ ਕੌਣ ਰਿਹਾ, PSIEC ਜਿਹੜੀ ਕਾਰਪੋਰੇਸ਼ਨ ਆ ਉਹ ਕਹਿ ਰਹੀ ਹੈ, ਕਦੋਂ ਕਹਿ ਰਹੀ ਹੈ, 2020 ਦੇ ਵਿੱਚ, ਠੀਕ ਹੈ ਜੀ। ਉਸ ਤੋਂ ਪਹਿਲਾਂ ਵੀ ਆ ਤੁਹਾਨੂੰ ਮੈਂ ਦੱਸਿਆ ਸੀ ਇਹਨਾਂ ਨੇ ਕਮੇਟੀ ਆਪ ਹੀ ਗਠਨ ਕਰ ਲਈ, ਬਣਾ ਲਈ 2019 ਦੇ ਵਿੱਚ। ਉਦੋਂ ਬਾਅਦ ਰੌਲਾ ਪੈਣਾ ਸੀ ਜੇ ਕਮੇਟੀ ਸੀਐਮ ਨੇ ਬਣਾਈ ਹੈ ਤੇ ਉਹਦੀ ਚਿੱਠੀ ਦਿਓ ਸਾਨੂੰ, ਕਿਹੜੇ ਆਰਡਰ ਨੇ ਉਹਦੇ। ਫਿਰ ਇੱਥੇ ਆ ਮੁੱਕਰ ਗਏ, ਅੱਗੋਂ ਉਹਨਾਂ ਨੇ ਜਵਾਬ ਦੇ ਦਿੱਤਾ ਜੀ ਕਿ ਸਾਡੇ ਕੋਲ ਨਹੀਂ ਹੈਗੀ ਤਾਂ ਰਿਕਾਰਡ ਹੀ ਤੁਹਾਡੇ ਕੋਲ। ਫਿਰ ਅੱਗੇ ਜਵਾਬ ਆ ਗਿਆ ਜਿਹੜਾ 2021 ਆ ਗਿਆ ਜੀ। ਹੁਣ ਇਹਦੇ ਵਿੱਚ ਕੀ ਕਹਿ ਰਹੇ ਨੇ, it is intimate that the said PIL number ਸਾਰੀ ਹੈਗੀ ਜੀ has been fixed for ਆ ਅੱਗੇ ਡੇਟ ਆ ਗਈ ਜੀ। further in the vigilance inquiry number ਆ ਸਾਰਾ ਇੱਦਾਂ ਆ ਗਿਆ ਜੀ, ਹੈ ਨਾ। a committee of 3 IAS officer was constituted by Honorable Chief Minister of Punjab to give its report. You are requested to kindly send the copy of noting portion wherein Honorable Chief Minister Punjab has ordered to constitute a committee of 3 IAS officers to enable this office to draft the reply to be submitted in the court. This may be treated as most urgent, please. ਹੁਣ ਇਹ ਮਾਮਲਾ ਕੋਰਟ ਦੇ ਵਿੱਚ ਚਲੇ ਗਿਆ ਸੀ, ਹਾਈ ਕੋਰਟ ਦੇ ਵਿੱਚ PIL ਪੈ ਗਈ, ਠੀਕ ਹੈ ਜੀ। ਹੁਣ ਉੱਥੇ ਜਵਾਬ ਦੇਣਾ ਪੈਣਾ ਸੀ। ਹੁਣ ਉੱਥੇ ਹੋਇਆ ਕੀ ਵੀ ਹੁਣ ਇਹ ਸਾਬਤ ਤਾਂ ਕਰ ਨਹੀਂ ਪਾ ਰਹੇ ਕੁਝ। ਹੁਣ ਇੱਕ ਦੂਜੇ ਵੱਲ ਚਿੱਠੀਆਂ ਭੇਜ ਰਹੇ ਨੇ ਵੀ ਨਹੀਂ ਤੁਹਾਡੇ ਕੋਲ ਆ ਜੀ, ਨਹੀਂ ਤੁਹਾਡੇ ਕੋਲ ਹੈ, ਸਾਡੇ ਕੋਲ ਨਹੀਂ ਹੈਗੀ। ਹੁਣ ਇੱਥੇ ਕਹਿ ਰਹੇ ਨੇ ਵੀ ਇਹ ਪਲੀਜ਼ ਸਾਨੂੰ ਛੇਤੀ ਕਰਕੇ ਦਿਓ ਜੀ। ਤੇ
ਹਨਾ ਅਸੀਂ ਅੱਗੇ ਜਾ ਕੇ ਤਾਂ ਕਿ ਅਸੀਂ ਸਬਮਿਟ ਕਰਨੀ ਹੈ ਕੋਰਟ ਦੇ ਵਿੱਚ, ਅੱਗੇ ਵੀ ਸ਼ਾਇਦ ਡਾਕੂਮੈਂਟ ਕੁਝ ਹੈਗੇ ਨੇ। ਹੁਣ 2023 ਦੇ ਵਿੱਚ ਵੀ 2023 ਆ ਗਿਆ ਜੀ, ਕਰਦੇ ਕਰਾਉਂਦੇ ਜੀ, ਆ ਡੇਟ ਦੇਖ ਲਓ, ਇਹੀ ਖੇਡਾਂ ਚੱਲ ਰਹੀਆਂ ਨੇ, ਚਿੱਠੀ ਦਿਓ ਜੀ ਸਾਨੂੰ, ਫਾਈਲ ਦਿਓ ਜੀ, ਜਿੱਥੇ ਸੀਐਮ ਨੇ ਆਰਡਰ ਕੀਤੇ, ਕਿਹੜੀ ਕਮੇਟੀ ਬਣਾਈ, ਹਨਾ। ਸੋ ਹੁਣ ਚਿੱਠੀ ਹੋਵੇ ਤੇ ਦੇਣ, ਇਹਦੇ ਨਾਲ ਹੀ ਇਹਨਾਂ ਨੇ ਕੀ ਕੀਤਾ ਵੀ ਜਦੋਂ ਚਿੱਠੀ ਨਹੀਂ ਲੱਭ ਰਹੀ, ਨਹੀਂ ਟਰੇਸ ਹੋ ਰਹੀ, ਪਹਿਲੀ ਗੱਲ ਤਾਂ ਹੋਵੇ ਤੇ ਲੱਭੇ ਨਾ, ਸੀਐਮ ਦੀ ਚਿੱਠੀ ਕਿਵੇਂ ਗਵਾਚ ਜਾਂਦੀ ਹੈ। ਤਾਂ ਇਹਨਾਂ ਨੇ ਚੰਡੀਗੜ੍ਹ ਪੁਲਿਸ ਨੂੰ ਕੰਪਲੇਂਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਤੇ ਉਹ ਉੱਥੇ ਜਦੋਂ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਚੰਡੀਗੜ੍ਹ ਪੁਲਿਸ ਨੇ ਇਹਨਾਂ ਦੀ ਜਿਹੜੀ ਕੰਪਲੇਂਟ ਸੀ ਉਹਦੇ ਤੇ ਐਫਆਈਆਰ ਕਰਨ ਤੋਂ ਮਨਾ ਕਰ ਦਿੱਤਾ, ਕਿਉਂਕਿ ਇੱਕ ਗੱਲ ਇਹ ਵੀ ਹੈ ਟੈਕਨੀਕਲ ਪੁਆਇੰਟ, ਕਿ ਜੇ ਐਫਆਈਆਰ ਦਰਜ ਹੋ ਜਾਂਦੀ ਤਾਂ ਇਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਕੋਈ ਐਫਆਈਆਰ ਦਿਖਾ ਦੇਣੀ ਸੀ, ਆਹ ਦੇਖੋ ਜੀ ਸਾਡੀ ਤਾਂ ਚਿੱਠੀ ਗੁੰਮ ਹੋ ਗਈ ਹੈ ਜੀ, ਤੇ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਉਹਦੇ ਵਿੱਚ ਫਿਰ ਕੋਰਟ ਵੀ ਕੀ ਕਰ ਲੈ, ਜਿਹੜੀ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜੇ ਪੁਲਿਸ ਕਿਸੇ ਦੇ ਕਾਰਵਾਈ ਕਰਨਾ ਚਾਹੁੰਦੀ ਤਾਂ ਅਸੀਂ ਕਹਿ ਦਿੰਦੇ ਕਿ ਬੰਦਾ ਹੀ ਮਰ ਗਿਆ ਜਾਂ ਤਾਂ ਹੈ ਹੀ ਨਹੀਂ ਇੱਥੇ, ਤਾਂ ਕੀ ਕਰੂਗੀ ਪੁਲਿਸ, ਨਾ ਕੀ ਕਰੂਗਾ ਸਿਸਟਮ। ਤਾਂ ਇਹ ਇੱਕ ਧੰਦਾ ਆ, ਪਰ ਹੈਰਾਨੀ ਇਸ ਗੱਲ ਦੀ ਹੈ, ਇੱਕ ਸਵਾਲ ਵੀ ਹੈ ਸਾਰੇ ਸਿਸਟਮ ਦੇ ਅੱਗੇ, ਕਿ ਜਿਸ ਹਿਸਾਬ ਨਾਲ ਅੱਗੇ ਜਾ ਕੇ ਇਹਨਾਂ ਨੇ ਕੰਪਿਊਟਰ ਵੀ ਗੁੰਮ ਕਰਤੇ ਜੀ, ਆ ਵੀ ਸਾਡਾ ਗੁੰਮ ਹੋ ਗਿਆ ਨਾ, ਬਹੁਤ ਕੁਝ ਇਹਨਾਂ ਨੇ ਗੁੰਮ ਕੀਤਾ ਤੇ ਕਰ ਵੀ ਰਹੇ ਨੇ। ਪਰ ਸਵਾਲ ਇਹਨਾਂ ਤੋਂ ਪੁੱਛਣਾ ਬਣਦਾ ਆ, ਇਸ ਸਿਉਂਕ ਤੋਂ, ਬਿਊਰੋਕ੍ਰੇਸੀ ਤੋਂ, ਚੰਗੇ ਅਫਸਰ ਵੀ ਨੇ, ਪਰ ਇਹ ਜਿਹੜਾ ਮੇਰਾ ਸਵਾਲ ਹੈ ਇਹ ਚੰਗੇ ਅਫਸਰਾਂ ਦੇ ਕੋਲ ਹੈ, ਚੰਗੇ ਅਫਸਰਾਂ ਦੇ ਸਾਹਮਣੇ, ਇਮਾਨਦਾਰ ਅਫਸਰਾਂ ਦੇ ਸਾਹਮਣੇ ਮੈਂ ਰੱਖ ਰਿਹਾ ਕਿ ਉਹੀ ਜਵਾਬ ਦੇਣਗੇ। ਇਹਨਾਂ ਨੇ ਜਿਹੜੇ ਜਵਾਬ ਦੇਣੇ ਸੀ ਉਹ ਤਾਂ ਅਸੀਂ ਦੇਖ ਲਿਆ, ਇਹਨਾਂ ਨੇ ਜਿਹੜੀਆਂ ਠੱਗੀਆਂ ਮਾਰਨੇ ਸੀ ਉਹ ਵੀ ਸਾਡੇ ਸਾਹਮਣੇ, ਇਹ ਸਿਰਫ ਠੱਗੀ ਦਾ ਮਾੜਾ ਜਿਹਾ ਹਿੱਸਾ ਆ। ਚੰਗੇ ਅਫਸਰ, ਇਮਾਨਦਾਰ ਅਫਸਰ ਵੀ ਇਸ ਗੱਲ ਵੱਲ ਧਿਆਨ ਦੇਣ, ਕਿ ਮੇਰੇ ਸਵਾਲ ਦਾ ਜਵਾਬ ਦੇਣ ਕਿ ਕੀ ਕਦੇ ਇਸ ਤਰ੍ਹਾਂ ਹੋਇਆ ਕਿ ਕਿਸੇ ਆਈਐਸ ਅਫਸਰ ਦੀ ਜਿਹੜਾ ਵੀ ਸਰਵਿਸ ਰਿਕਾਰਡ ਗੁੰਮ ਹੋ ਗਿਆ ਹੋਵੇ, ਉਹ ਵਿਚਾਰਾ ਤਨਖਾਹ ਲੈਣ ਤੋਂ ਵੀ ਬੈਠਾ ਹੋਵੇ, ਹਨਾ। ਕੀ ਕਦੇ ਇਸ ਤਰ੍ਹਾਂ ਹੋਇਆ ਵੀ ਕਿਸੇ ਅਫਸਰ ਦੀ, ਆਈਐਸ ਅਫਸਰ ਦੀ, ਬਿਊਰੋਕਰੈਟਸ ਦੀ ਪ੍ਰਮੋਸ਼ਨ ਹੋਣੀ ਹੋਵੇ ਤੇ ਉਹਨੂੰ ਇੱਕ ਦਿਨ ਪਹਿਲਾਂ ਪਤਾ ਲੱਗਾ ਹੋਵੇ ਵੀ ਯਾਰ ਤੇਰਾ ਤਾਂ ਰਿਕਾਰਡ ਹੀ ਗਾਇਬ ਆ, ਤੂੰ ਤਾਂ ਸਰਵਿਸ ਹੀ ਨਹੀਂ ਕਰਦਾ, ਜਾਂ ਉਹਦੀ ਰਿਟਾਇਰਮੈਂਟ ਆ, ਅੱਜ ਸਵੇਰੇ ਰਿਟਾਇਰਡ ਹੋਣਾ ਆ, ਉਹਨੂੰ ਇੱਕ ਦਿਨ ਪਹਿਲਾਂ ਪਤਾ ਲੱਗਿਆ ਵੀ ਭਰਾਵਾ ਤੇ ਉਹਦਾ ਕਿਹੜਾ ਫਲਾਣਾ ਆਈਐਸ ਅਫਸਰ ਜੀ, ਤੂੰ ਤਾਂ ਸਾਡੇ ਰਿਕਾਰਡ 'ਚ ਨਹੀਂ ਹੈਗਾ। ਕਦੇ ਇਦਾਂ ਹੋਇਆ? ਉਹਨੂੰ ਹੱਥਾਂ ਪੈਰਾਂ ਤੇ ਨਹੀਂ ਪਊਗੀ। ਮਤਲਬ ਜਿਹੜਾ ਬੰਦਾ ਰਿਟਾਇਰਡ ਹੋ ਰਿਹਾ ਹੋਵੇ ਉਹਨੂੰ ਇੱਕ ਦਿਨ ਪਹਿਲਾਂ ਅਸੀਂ ਦੱਸ ਦਈਏ ਤੇਰਾ ਰਿਕਾਰਡ ਹੀ ਨਹੀਂ ਹੈਗਾ, ਉਹਦਾ ਲੱਖਾਂ ਰੁਪਏ ਫੰਡ ਮਿਲਣਾ ਸਰਕਾਰ ਵੱਲੋਂ, ਪੈਨਸ਼ਨ ਮਿਲਣੀ ਸੀ, ਉਹਦਾ ਵਿਚਾਰਾ ਮਰਨ ਜੋਗਾ ਕਰਤਾ ਤੁਸੀਂ। ਇਦਾਂ ਕਦੇ ਨਹੀਂ ਹੋਇਆ। ਇਹ ਜਿਹੜਾ ਰਿਕਾਰਡ ਆ ਨਾ, ਇਹ ਆਮ ਪਬਲਿਕ ਨਾਲ ਸੰਬੰਧਿਤ ਹੀ ਗਾਇਬ ਕੀਤਾ ਜਾਂਦਾ ਹੈ, ਠੀਕ ਹੈ ਜੀ। ਇੱਥੇ ਮਰੇ ਜਿਹੜੇ ਬੰਦੇ ਜਿਉਂਦੇ ਹੁੰਦੇ ਆ ਨਾ, ਉਹਨਾਂ ਨੂੰ ਮਾਰ ਕੇ, ਜਿਉਂਦੇ ਬੰਦਿਆਂ ਨੂੰ ਮਾਰ ਕੇ ਪੈਸੇ ਕਢਵਾ ਕੇ ਇਹ ਅਫਸਰ ਖਾ ਜਾਂਦੇ ਆ। ਆ ਤੁਸੀਂ ਇੱਕ BBC ਦੀ ਵੀ ਰਿਪੋਰਟ ਦੇਖ ਲਓ, ਮਾੜੀ ਜਿਹੀ ਖਬਰ ਪੜ੍ਹ ਲਿਓ ਤੁਸੀਂ ਜਾਂਦੇ ਜਾਂਦੇ। ਹੁਣ ਆ ਦੇਖੋ ਜੀ, ਜਿਉਂਦੇ ਬੰਦਿਆਂ ਨੂੰ ਕਾਗਜ਼ਾਂ ਵਿੱਚ ਮਾਰ ਕੇ ਨਾ, ਕਿਉਂਕਿ ਇੱਥੇ ਸਟੇਟ ਦੇ ਵਿੱਚ, MP ਦੇ ਵਿੱਚ ਇੱਕ ਸਕੀਮ ਚੱਲਦੀ ਹੈ ਵੀ ਜਿਹੜੇ ਲੋਕ ਮਰਦੇ ਨੇ ਉਹਨਾਂ ਦੇ ਵਾਸਤੇ ਕੁਛ ਨਾ ਕੁਛ ਪਰਿਵਾਰ ਨੂੰ ਦੇਣਾ, ਜਾਂ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਹੁੰਦੀਆਂ ਨੇ, ਸੰਸਕਾਰ ਵਗੈਰਾ ਜਾਂ ਜੋ ਵੀ ਹੈ ਨਾ, ਕੋਈ ਹਰ ਇੱਕ ਧਰਮ ਦੇ ਆਪੋ ਆਪਣੇ ਰੀਤੀ ਰਿਵਾਜ ਨੇ, ਉਹਦੇ ਮੁਤਾਬਕ ਕੁਛ ਨਾ ਕੁਛ ਸਰਕਾਰ ਗਰੀਬ ਲੋਕਾਂ ਨੂੰ ਦਿੰਦੀ ਹੈ। ਤਾਂ ਉਹਨਾਂ ਜਿਉਂਦੇ ਲੋਕਾਂ ਨੂੰ ਮਾਰ ਕੇ ਤੇ ਉਹਨਾਂ ਦਾ 94 ਲੱਖ ਰੁਪਇਆ ਖਾ ਗਏ, ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਹੈਗਾ, ਠੀਕ ਹੈ ਜੀ। ਇਹ ਇਸ ਕਰਕੇ ਮੁੱਖ ਮੰਤਰੀ ਦੀਆਂ ਚਿੱਠੀਆਂ ਕਿੱਥੋਂ ਲੱਭਣੀਆਂ ਨੇ, ਕਿੱਥੋਂ ਸਿਉਂਕ ਤਾਂ ਆਪੇ ਖਾਣੀ ਹੈ। ਹੁਣ ਜਿਹੜਾ ਬੰਦੇ ਨੂੰ ਕਾਗਜ਼ਾਂ ਵਿੱਚ ਇਹਨਾਂ ਨੇ ਜਿਉਂਦੇ ਨੂੰ ਮਾਰਤਾ, ਉਹ ਵਿਚਾਰਾ ਫਿਰ ਲੱਭਦਾ ਫਿਰਦਾ ਹੈ ਆਪਣੇ ਆਪ ਨੂੰ, ਉਹਨੇ ਵੀ ਸਹੂਲਤਾਂ ਲੈਣੀਆਂ। ਮੰਨ ਲਓ ਕਿਤੇ ਲੋਨ ਲੈਣਾ ਪੈ ਗਿਆ, ਕੋਈ ਹੋਰ ਸਰਕਾਰੀ ਸਹੂਲਤ ਲੈਣੀ ਪਈ, ਉੱਥੇ ਦਾ ਬਾਬੂ ਤਾਂ ਐਨਕਾਂ ਲਾ ਕੇ ਕਹਿੰਦਾ ਵੀ ਉਹ ਐਂ ਹੀ ਦੇਖਦੇ ਹੁੰਦੇ ਉੱਪਰੋਂ, ਐਂ ਕਰਕੇ ਵੀ ਤੂੰ ਤਾਂ ਮਰ ਗਿਆ, ਤੂੰ ਤਾਂ ਜਿਉਂਦਾ ਹੀ ਨਹੀਂ। ਅਗਲਾ ਵੀ ਸੋਚਦਾ ਵੀ ਕਮਾਲ ਹੋ ਗਈ, ਤੇਰੇ ਸਾਹਮਣੇ ਮੈਂ ਖਲੋਤਾ ਆ, ਪਰ ਨਾ, ਕਾਗਜ਼ਾਂ ਦੇ ਉੱਪਰ ਮੰਨਣਾ, ਕਿਉਂਕਿ ਹੁਣ ਵੈਲਿਊ ਕਾਗਜ਼ਾਂ ਦੀ ਹੈ। ਤਾਂ ਉਸ ਬੰਦੇ ਨੂੰ, ਜਿਉਂਦੇ ਬੰਦੇ ਨੂੰ, ਆਪਣੇ ਆਪ ਨੂੰ ਦੁਬਾਰਾ ਜਿਉਂਦਾ ਕਰਨ ਲਈ ਇਹਨਾਂ ਨੂੰ ਰਿਸ਼ਵਤਾਂ ਵੀ ਦੇਣੀਆਂ ਪੈਂਦੀਆਂ ਨੇ, ਇਹਨਾਂ ਦੇ ਦਫ਼ਤਰਾਂ ਵਿੱਚ ਸਾਲਾਂ ਬੱਧੀ ਧੱਕੇ ਵੀ ਖਾਣੇ ਪੈਂਦੇ ਆ, ਕੋਰਟਾਂ ਦੇ ਵਿੱਚ ਵੀ ਖੱਜਲ ਖੁਆਰ ਹੋਣਾ ਪੈਂਦਾ। ਇੰਨੇ ਨੂੰ ਕਈ ਵਾਰੀ ਬੰਦਾ ਸੱਚੀ ਮਰ ਜਾਂਦਾ ਆ, ਤੇ ਅਫਸਰ ਕਹਿ ਹੀ ਸਕਦੇ ਨੇ ਲੈ ਇਹ ਤਾਂ ਪਹਿਲਾਂ ਹੀ ਮਰਿਆ ਸੀ, ਅਸੀਂ ਤਾਂ ਕਹਿੰਦੇ ਨਹੀਂ ਸੀ ਜਿਉਂਦਾ ਆ। ਸੋ ਇਸ ਤਰੀਕੇ ਦੇ ਬੜੇ ਜਿਹੜੇ ਜੁਗਾੜਬਾਜ਼ੀਆਂ ਸਿਸਟਮ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ। ਹੁਣ ਸਵਾਲ ਇੱਥੇ ਮੌਜੂਦਾ ਸਰਕਾਰ ਦੇ ਉੱਪਰ ਵੀ ਬਣਦਾ, ਪਿਛਲੀਆਂ ਸਰਕਾਰਾਂ ਨੇ ਜੋ ਕੀਤਾ, ਜੋ ਪਿਛਲੇ ਲੀਡਰ ਕਰਕੇ ਗਏ ਨੇ, ਉਹਦੇ ਖਮਿਆਜ਼ੇ ਉਹ ਭੁਗਤ ਵੀ ਰਹੇ ਨੇ, ਸਾਰੀ ਦੁਨੀਆ ਨੂੰ ਪਤਾ ਆ। ਪਰ ਮੌਜੂਦਾ ਸਰਕਾਰ ਜਿਹੜੀ ਆ, ਭਗਵੰਤ ਮਾਨ ਸਾਹਿਬ ਇਹਨਾਂ ਦਾਅਵਿਆਂ ਦੇ ਉੱਪਰ ਹੀ ਪੰਜਾਬ ਦੇ ਵਿੱਚ ਸਿਆਸਤ ਦੇ ਉੱਪਰ ਕਾਬਜ ਹੋਏ ਨੇ ਕਿ ਮੈਂ ਭ੍ਰਿਸ਼ਟਾਚਾਰ ਖਤਮ ਕਰੂੰਗਾ। ਤਾਂ ਕੈਪਟਨ ਅਮਰਿੰਦਰ ਸਿੰਘ ਰਲਿਆ ਹੋ ਸਕਦਾ ਹੈ, ਜਾਂ ਉਸ ਤੋਂ ਪਹਿਲਾਂ ਦੇ ਲੋਕ ਵੀ ਰਲੇ ਹੋ ਸਕਦੇ ਆ, ਤਾਂ ਕੀ ਭਗਵੰਤ ਮਾਨ ਸਾਹਿਬ ਵੀ ਰਲੇ ਹੋਏ ਨੇ? ਇਹ ਕਿਉਂ ਨਹੀਂ ਪਰਚਾ ਦਰਜ ਕਰ ਰਹੇ? ਇਹ ਕਿਉਂ ਨਹੀਂ ਜਵਾਬ ਤਲਬੀ ਕਰ ਰਹੇ ਇਹਨਾਂ ਅਫਸਰਾਂ ਦੀ? ਹੁਣ ਭਗਵੰਤ ਮਾਨ ਸਾਹਿਬ ਦੇਖੋ, ਹੋ ਸਕਦਾ ਫਿਰ ਜੇ ਅਸੀਂ ਇਹੀ ਗੱਲਾਂ ਕਰਨ ਤੇ ਆ ਗਏ ਤਾਂ ਫਿਰ ਕਹਿਣਾ ਹੀ ਪੈਂਦਾ ਮਜਬੂਰੀ ਵਿੱਚ। ਹੁਣ ਭਗਵੰਤ ਮਾਨ ਸਾਹਿਬ ਦਾ ਇਲੈਕਸ਼ਨਾਂ ਵਿੱਚ ਐਫੀਡੇਵਿਟ ਦੇਖੋ ਉਹਨਾਂ ਨੇ ਕੀ ਦਿੱਤਾ ਆ, ਆ ਵੀ ਦੇਖ ਲਓ ਤੁਸੀਂ। ਹੁਣ ਉਹਦੇ ਵਿੱਚ ਐਫੀਡੇਵਿਟ ਦੇ ਵਿੱਚ ਆਪਣੇ ਕੋਲ ਸਿਰਫ 5 ਲੱਖ ਦੀ ਜੁਐਲਰੀ ਦਿਖਾ ਰਹੇ ਨੇ। ਮਾਨ ਸਾਹਿਬ ਇਹ ਤੁਹਾਡਾ ਹੀ ਦਿੱਤਾ ਹੋਇਆ ਐਫੀਡੇਵਿਟ ਆ,
ਹੁਣ ਕਿਤੇ ਐ ਤਾਂ ਨਹੀਂ ਹੋ ਗਿਆ ਵੀ ਤੁਹਾਨੂੰ ਕੈਪਟਨ ਅਮਰਿੰਦਰ ਦੇ ਵੱਡੇ ਵੱਡੇ ਮਹਿਲ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਕੋਠੀਆਂ, ਬੱਸਾਂ, ਆਰਬਿਟ ਬੱਸਾਂ, ਰੈਸਟੋਰੈਂਟ, ਸਾਰਾ ਕੁਝ ਤੁਹਾਨੂੰ ਵੀ ਲੱਗਦਾ ਹੋਵੇ ਯਾਰ ਮੈਂ ਵੀ ਆਪਣੇ ਬੱਚਿਆਂ ਲਈ ਕੁਝ ਕਰ ਲਾਂ, ਕੀ ਲੋੜ ਹੈ ਮੈਨੂੰ ਕੁਝ ਕਰਨ ਦੀ। ਸ਼ਾਇਦ ਤੁਸੀਂ ਤਾਂ ਹੀ ਚੁੱਪ ਕਰਕੇ ਬੈਠੇ ਹੋ, ਤੁਹਾਡੀ ਕੀ ਮਜਬੂਰੀ ਬਣ ਗਈ ਹੈ, ਤੁਸੀਂ ਕਿਉਂ ਨਹੀਂ ਕਾਰਵਾਈਆਂ ਕਰ ਰਹੇ ਇਹਨਾਂ ਲੋਕਾਂ ਦੇ ਉੱਪਰ। ਜੇ ਕੋਈ ਆਮ ਬੰਦਾ ਗਲਤੀ ਕਰਦਾ ਤਾਂ ਉਹਨੂੰ ਤਾਂ ਬੜੀ ਜਲਦੀ ਤੁਸੀਂ ਫੜਨ ਆ ਜਾਂਦੇ ਹੋ, ਪੱਬਾਂ ਪਾਰ ਹੋ ਕੇ ਆ ਜਾਂਦੇ, ਵੱਡੀ ਸਾਰਾ ਕੁਝ ਤੁਹਾਡਾ ਪ੍ਰੂਫ ਹੀ ਲੱਭ ਜਾਂਦੇ। ਕਈ ਵਾਰੀ ਬਿਨਾਂ ਪ੍ਰੂਫਾਂ ਤੋਂ, ਬਿਨਾਂ ਚੀਜ਼ਾਂ ਤੋਂ ਤੁਸੀਂ ਜੇਲ੍ਹਾਂ ਵਿੱਚ ਡੱਕ ਡੱਕ ਕੇ ਰੱਖਦੇ ਬੰਦਿਆਂ ਨੂੰ। ਤਾਂ ਇਹ ਲੋਕ ਕੀ ਨੇ, ਰਿਕਾਰਡ ਗਾਇਬ ਹੋ ਜਾਣਾ, ਕਦੇ ਚਿੱਠੀ ਦੀ, ਮੁੱਖ ਮੰਤਰੀ ਦੀ ਚਿੱਠੀ ਨਾ ਲੱਭਣਾ, ਹੱਦ ਹੋ ਗਈ ਯਾਰ। ਮੈਂ ਪਹਿਲਾਂ ਕਿਹਾ ਵੀ ਇਹਨਾਂ ਲੋਕਾਂ ਦੇ ਰਿਕਾਰਡ ਕਿਉਂ ਨਹੀਂ, ਸਰਵਿਸ ਰਿਕਾਰਡ ਕਿਉਂ ਨਹੀਂ ਗਾਇਬ ਹੁੰਦੇ। ਕਦੇ ਕਿਸੇ ਐਮਐਲਏ, ਕਦੇ ਮੰਤਰੀ ਦਾ ਕਦੇ ਲੱਗਿਆ ਵੀ ਉਹ 5 ਸਾਲ ਪਹਿਲਾਂ ਮੰਤਰੀ ਸੀ, ਉਹ ਅੱਜ ਐਕਸ ਐਮਐਲਏ ਹੋ ਗਿਆ, ਐਕਸ ਮੰਤਰੀ ਬਣ ਗਿਆ, ਤੇ ਉਹਦਾ ਸਰਵਿਸ ਰਿਕਾਰਡ ਨਹੀਂ ਲੱਭ ਰਿਹਾ, ਹੁਣ ਉਹ ਪੈਨਸ਼ਨ ਨੂੰ ਵੀ ਤਰਸ ਰਿਹਾ। ਇਦਾਂ ਨਹੀਂ ਹੁੰਦਾ ਕਦੇ ਨਾ। ਇਹ ਆਮ ਲੋਕਾਂ ਦੇ ਜਿੱਥੇ ਕੰਸਰਨ ਹੁੰਦੇ, ਆਮ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ, ਉੱਥੇ ਸਾਰਾ ਕੁਝ ਹੀ ਜੋ ਮਰਜ਼ੀ ਹੋ ਜੇ, ਉੱਥੇ ਸਾਰਾ ਕੁਝ ਹੀ ਵਾਜਬ ਆ, ਉੱਥੇ ਸਭ ਗੱਲਾਂ ਜਾਇਜ਼ ਨੇ, ਕਿਉਂਕਿ ਆਮ ਲੋਕਾਂ ਦਾ ਧਿਆਨ ਹੀ ਸੀ ਮਦਾਰੀ ਪੁਣੇ ਵਿੱਚ, ਤਾਂ ਅਸੀਂ ਉਲਝੇ ਹੋਏ ਹਾਂ। ਸਾਨੂੰ ਚੰਗੀਆਂ ਜਿਹੜੀਆਂ ਚੀਜ਼ਾਂ ਲੱਗਣੀਆਂ ਸੀ ਉਹੀ ਸਾਨੂੰ ਇਹ ਲੋਕ ਪਰੋਸ ਰਹੇ ਨੇ। ਤੁਸੀਂ ਖਾਓ ਜੀ, ਆਪ ਇੱਧਰ ਜਾਓ ਜੀ, ਤੁਸੀਂ ਨਚਾਰ ਬਣੋ ਜੀ, ਤੁਸੀਂ ਅਸੀਂ ਨੱਚ ਰਹੇ ਹਾਂ, ਗਾ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਬਸ ਉਹ ਲੁੱਟ ਰਹੇ ਨੇ। ਹੁਣ ਅਗਲੀਆਂ ਗੱਲਾਂ ਸੁਣੋ ਤੁਸੀਂ। ਇੱਕ ਤਾਂ ਚਲੋ ਇਹ ਸਕੈਂਡਲ ਹੋ ਗਿਆ, ਤੁਸੀਂ ਸਮਝ ਲਿਆ, ਜਿਹਦੇ ਵਿੱਚ ਭਗਵੰਤ ਮਾਨ ਸਾਹਿਬ ਵੀ ਬੜੇ ਲਾਚਾਰ ਨਜ਼ਰ ਆ ਰਹੇ ਨੇ ਵੀ ਉਹ ਪਰਚਾ ਦਰਜ ਨਹੀਂ ਕਰ ਪਾ ਰਹੇ, ਕਾਰਵਾਈ ਨਹੀਂ ਕਰ ਪਾ ਰਹੇ। ਦੂਜਾ ਸਕੈਂਡਲ ਇਹ ਹੋਇਆ ਕਿ ਇਹਨਾਂ ਹੀ ਪਲਾਟਾਂ ਨੂੰ, ਇੰਡਸਟਰੀ ਦੇ ਪਲਾਟਾਂ ਨੂੰ ਟੁਕੜੇ ਕਰ ਕਰਕੇ, ਛੋਟੇ ਛੋਟੇ ਟੁਕੜੇ ਕਰਕੇ ਵੇਚਣਾ, ਮਹਿੰਗੇ ਰੇਟ ਦੇ ਵਿੱਚ ਵੇਚਣਾ। ਉਹ ਕਿਵੇਂ ਕੀਤਾ ਗਿਆ? ਉਹਦਾ ਇਹਨਾਂ ਨੇ ਕੀ ਕੀਤਾ ਵੀ ਚੱਲਦੀ ਹੋਈ ਇੰਡਸਟਰੀ, ਚੱਲਦੀਆਂ ਹੋਈਆਂ ਕੰਪਨੀਆਂ ਬੰਦ ਕਰਵਾ ਕੇ, ਠੀਕ ਹੈ ਜੀ, ਫਿਲਿਪਸ ਦਾ ਸੁਪਰੀਮ ਕੋਰਟ ਤੱਕ ਇਸ ਟਾਈਮ ਕੇਸ ਚੱਲ ਰਿਹਾ ਆ। ਹੁਣ ਜਿਹੜੀਆਂ ਕੰਪਨੀਆਂ ਬੰਦ ਕਰਵਾਈਆਂ ਨੇ ਉਹ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਜਾਂ ਕਿਸੇ ਵੀ ਕਾਰਨ ਕਰਕੇ ਬੰਦ ਹੋਈਆਂ, ਤੇ ਉਹ ਬੰਦ ਕਰਵਾਈਆਂ। ਜਿਵੇਂ ਪੰਜਾਬ ਦੀ ਪਹਿਲੀ ਕੰਪਿਊਟਰ ਬਣਾਉਣ ਵਾਲੀ ਕੰਪਨੀ ਸੀ ESPL ਬੰਦ ਹੋਈ, ਹੋਰ ਬੜੀਆਂ ਵੱਡੀਆਂ ਵੱਡੀਆਂ ਨਾਮੀ ਕੰਪਨੀਆਂ ਜਿਹੜੀਆਂ ਸੀ ਬੰਦ ਹੋਈਆਂ। ਫਿਲਿਪਸ ਕੰਪਨੀ ਬੰਦ ਹੋਈ। ਫਿਲਿਪਸ ਦਾ ਮੈਂ ਦੱਸ ਰਿਹਾ ਸੀ ਕਿ ਸੁਪਰੀਮ ਕੋਰਟ ਤੱਕ ਰੌਲਾ ਚੱਲਿਆ। ਉਹ ਮਤਲਬ ਕੀ ਕਰਦੇ ਸੀ ਕਿ ਸਿੱਖ ਯੂਨਿਟ ਐਲਾਨ ਕਰਕੇ, ਡਿਕਲੇਅਰ ਕਰਕੇ ਉਹਨਾਂ ਨੂੰ ਬੰਦ ਕਰਵਾ ਦਿੰਦੇ ਸੀ ਵੀ ਘਾਟੇ 'ਚ ਜਾ ਰਹੀਆਂ ਨੇ। ਪਰ ਫਿਲਿਪਸ ਦਾ ਐਸਾ ਸੀ ਕਿ ਉਹ ਸੁਪਰੀਮ ਕੋਰਟ ਦਾ ਕੇਸ ਚੱਲਿਆ, ਉਹ ਤਾਂ ਘਾਟੇ ਵਿੱਚ ਜਾ ਨਹੀਂ ਸੀ ਰਹੀ। ਉਹਦੇ ਪਹਿਲਾਂ 1500 ਮੁਲਾਜ਼ਮ ਸੀ, 750 ਮੁਲਾਜ਼ਮ ਜਿਹੜਾ ਸੀ ਉਹ ਠੇਕੇ ਵਾਲਾ ਸੀ, ਉਹ ਤਾਂ ਇਹਨਾਂ ਨੇ ਇੱਕਦਮ ਝਾੜਤਾ ਜੀ, ਸਾਨੂੰ ਤੁਹਾਡੀ ਲੋੜ ਨਹੀਂ ਕਹਿ ਕੇ। ਜਿਹੜੇ ਬਾਕੀ ਬਚੇ ਸੀ ਉਹਨਾਂ ਨੂੰ ਕਿਸੇ ਨੂੰ ਥੋੜੇ ਪੈਸੇ ਦਿੱਤੇ, ਕਿਸੇ ਨੂੰ ਬਹੁਤੇ ਦੇ ਦਿੱਤੇ, ਕਿਸੇ ਨੂੰ ਡਰਾ ਲਿਆ, ਧਮਕਾ ਲਿਆ, ਕੁਛ ਕਰਕੇ ਨਾ ਕਰਦੇ ਕਰਾਉਂਦੇ ਜੀ ਇਹਨਾਂ ਨੇ ਉਹਦੇ 'ਚ ਵੀ ਕਾਫੀ ਸਾਰੀ ਗਿਣਤੀ ਘਟਾ ਲਈ ਤੇ ਰਿਜ਼ਾਈਨ ਕਰਾਈ ਗਏ ਲੋਕਾਂ ਤੋਂ, ਜਿੱਦਾਂ ਵੀ, ਕਿਉਂਕਿ ਵੱਡੇ ਲੋਕ ਨੇ, ਸਿਸਟਮ ਇਹਨਾਂ ਦੇ ਕੋਲੋਂ ਸਾਰਾ ਕੁਝ ਹੁੰਦਾ ਆ ਤੇ ਕਰ ਸਕਦੇ ਨੇ ਬਹੁਤ ਕੁਝ। ਤਾਂ ਉਹਦਾ ਹੁਣ ਕੇਸ ਜਿਹੜਾ ਆ, ਕਿਉਂਕਿ ਫਿਲਿਪਸ ਘਾਟੇ ਵਿੱਚ ਨਹੀਂ ਸੀ ਜਾ ਰਹੀ, ਤਾਂ ਉਹ ਕੇਸ ਜਿਹੜਾ ਆ ਇਸ ਟਾਈਮ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੈ। ਹੁਣ ਹੁੰਦਾ ਕੀ ਆ ਕਿ ਮੰਨ ਲਓ ਕੋਈ ਇੰਡਸਟਰੀ ਚੱਲ ਰਹੀ ਹੈ, ਕੋਈ ਫੈਕਟਰੀ ਚੱਲ ਰਹੀ ਹੈ, ਉਹ ਤਾਂ ਚੱਲ ਰਹੀ ਹੈ ਨਾ। ਹੁਣ ਉਹਦਾ ਮਾਲਕ, ਇੰਡਸਟਰੀ ਦਾ ਮਾਲਕ ਜਿਹੜਾ, ਉਹ ਵਾਰ-ਵਾਰ ਇਹਨਾਂ ਨੂੰ ਪੈਸੇ ਕਿਉਂ ਦਊਗਾ? ਮੰਨ ਲਓ ਕਦੇ ਦੀਵਾਲੀ ਆ ਗਈ, ਕੋਈ ਮੱਸਿਆ ਸੰਗਰਾਂਦ ਆ ਗਈ, ਕੋਈ ਦਿਨ ਤਿਉਹਾਰ ਆ ਗਿਆ, ਤੇ ਉਦੋਂ ਕੋਈ 1,50,000 ਜਾਂ ਛੋਟਾ ਮੋਟਾ ਗਿਫਟ ਦੇਤਾ, ਕੋਈ ਲਗਾਤਾਰ ਥੋੜੀ ਕੋਈ ਦੇ ਸਕਦਾ ਹੈ। ਪਰ ਜੇ ਇੰਡਸਟਰੀ ਬੰਦ ਹੁੰਦੀ ਹੈ, ਉਹ ਜਗ੍ਹਾ ਖਾਲੀ ਹੁੰਦੀ ਹੈ, ਤਾਂ ਫਿਰ ਪਲਾਟ ਕਿੰਨੇ 'ਚ ਜਾਣੇ ਆ? ਠੀਕ ਹੈ ਜੀ, ਉਹ ਕਰੋੜਾਂ ਅਰਬਾਂ ਰੁਪਏ ਦੀ ਖੇਡ ਹੋਣੀ ਹੈ। ਤਾਂ ਉਹ ਇੱਕ ਖੇਡ ਫਿਰ ਸ਼ੁਰੂ, ਇੱਕ ਨਵਾਂ ਕਰਪਸ਼ਨ ਦਾ ਪਾਰਟ ਨੰਬਰ 2 ਸ਼ੁਰੂ ਕੀਤਾ ਗਿਆ ਪੰਜਾਬ ਦੇ ਵਿੱਚ। ਇੱਕ ਤਾਂ ਫੈਕਟਰੀ ਬੰਦ ਕਰਕੇ ਬੇਰੋਜ਼ਗਾਰੀ ਫੈਲਾਈ ਗਈ, ਔਰ ਉਹਦੇ ਵਿੱਚ ਵੀ ਅਸੀਂ ਸਾਰੇ ਲੋਕ ਦੋਸ਼ੀ, ਵੀ ਅਸੀਂ ਇਹਨਾਂ ਚੀਜ਼, ਇਹ ਸਿਸਟਮ ਨੂੰ ਸਮਝ ਨਹੀਂ ਰਹੇ, ਅਸੀਂ ਨਚਾਰ ਹੀ ਬਣ ਕੇ ਘੁੰਮ ਰਹੇ ਹਾਂ ਵੀ ਆਹ ਚੀਜ਼ ਉਹ ਚੀਜ਼ ਹੈ ਨਾ। ਤੇ ਇਹ ਇੱਕ ਨਵਾਂ ਦੌਰ ਸ਼ੁਰੂ ਕੀਤਾ ਗਿਆ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਫੈਲਾਉਣ ਦਾ, ਵੀ ਇੱਥੇ ਇੰਡਸਟਰੀ ਬੰਦ ਕਰੋ ਤੇ ਉਹਨਾਂ ਦੇ ਪਲਾਟ ਫਿਰ ਮਹਿੰਗੇ ਭਾਅ ਦੇ ਵਿੱਚ ਵੇਚੋ। ਤੇ ਉਹਦਾ ਕਿਵੇਂ ਸ਼ੁਰੂ ਹੋਇਆ ਸਾਰਾ ਕੰਮ? ਹੁਣ ਜਦੋਂ ਫਿਲਿਪਸ ਬੰਦ ਹੋਈ ਹੈ ਤਾਂ ਪਾਲਿਸੀ ਇਹ ਕਹਿੰਦੀ ਆ ਕਿ ਜਿਹੜੀ ਜਦੋਂ ਵੱਡੀ ਇੰਡਸਟਰੀ ਬੰਦ ਹੁੰਦੀ ਆ ਤਾਂ ਜਿਹੜਾ ਇੰਡਸਟਰੀ ਦਾ ਪਲਾਟ ਆ, ਫੈਕਟਰੀ ਦਾ ਪਲਾਟ ਆ ਜਾਂ ਕੰਪਨੀ ਦਾ ਪਲਾਟ ਆ, ਉਹ ਕਿਸੇ ਨਵੀਂ ਇੰਡਸਟਰੀ ਨੂੰ ਹੀ ਦਿੱਤਾ ਜਾ ਸਕਦਾ। ਪਲੱਸ ਇਹਦੇ ਨਾਲ ਰਿਆਇਤ ਵੀ ਦੇਣੀ ਆ ਤਾਂ ਕਿ ਇੰਡਸਟਰੀ ਜਿਹੜੀ ਆ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ, ਰੋਜ਼ਗਾਰ ਵਧੇ। ਤਾਂ ਇਸ ਕਰਕੇ ਰਿਆਇਤ ਕਰਨ ਦੀ ਪਾਲਿਸੀ ਵੀ ਹੈਗੀ ਹੈ। ਤੇ ਇਹਦੇ ਵਿੱਚ ਇਹ ਵੀ ਪਾਲਿਸੀ ਆ ਕਿ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਸਿਰਫ ਇੰਡਸਟਰੀ ਦੇ ਪਲਾਟ ਨੂੰ ਜਿਹੜਾ ਇੰਡਸਟਰੀ ਦੇ ਵਿੱਚ ਹੀ ਤਬਦੀਲ ਕੀਤਾ ਜਾ ਸਕਦਾ, ਹੋਰ ਕਿਸੇ ਪਾਸੇ ਨਹੀਂ। ਪਰ ਇਹਨਾਂ ਨੇ ਉਹ ਪਲਾਟ ਫਿਰ ਜਿਹੜਾ ਆ ਡੀਲਰਾਂ ਨੂੰ ਹੀ ਵੇਚੇ, ਠੀਕ ਹੈ ਜੀ। ਤੇ ਉਹਦੇ ਵਿੱਚ ਇੱਕ ਗੱਲ ਹੋਰ ਨਵੀਂ ਉੱਭਰ ਕੇ ਆਈ ਕਿ ਜਿਵੇਂ ਹੁਣ ਫਿਲਿਪਸ ਦੀ 26 ਏਕੜ ਸੀ, ਤਾਂ ਉਹ ਕਈ ਵਾਰੀ ਹੁੰਦਾ ਵੀ ਚਲੋ ਕੋਈ ਵੱਡੀ ਇੰਡਸਟਰੀ ਨਹੀਂ ਆ ਰਹੀ ਪੰਜਾਬ ਦੇ ਵਿੱਚ, ਤਾਂ ਛੋਟੇ ਛੋਟੇ ਵੀ ਕਈ ਇੰਡਸਟਰੀਅਲਿਸਟ ਹੁੰਦੇ ਨੇ ਵੀ ਉਹ 1.5 ਕਿੱਲੇ, 2 ਕਿੱਲੇ, 2.5 ਕਿੱਲੇ ਇਦਾਂ ਕੁਛ ਲੈ ਕੇ ਆਪਣਾ ਕੰਮ ਚਲਾ ਸਕਦੇ ਨੇ, ਜਿਹਦੇ ਨਾਲ ਚਲੋ ਛੋਟੇ ਪੱਧਰ ਤੇ ਵੀ ਲੋਕਾਂ ਨੂੰ ਰੋਜ਼ਗਾਰ ਮਿਲਦਾ ਤੇ ਪੰਜਾਬ ਦੀ ਜਿਹੜੀ ਸਰਕਾਰੀ ਰੈਵਨਿਊ ਦੇ ਵਿੱਚ ਵੀ ਜਿਹੜਾ ਵਾਧਾ ਹੁੰਦਾ ਹੈ। ਚਲੋ ਇਸ ਨੀਤੀ ਦੇ ਤਹਿਤ ਇਹਨਾਂ ਨੇ ਉਸ ਫਿਲਿਪਸ ਦੇ ਪਲਾਟ ਦੇ 12 ਟੁਕੜੇ ਕੀਤੇ।
ਉਹ ਗੱਲ ਵਾਜਬ ਸੀ ਇਹਨਾਂ ਦੀ ਵੀ ਹੋ ਜਾਣੇ ਚਾਹੀਦੇ ਸੀ ਵੀ ਚਲੋ ਛੋਟੇ ਛੋਟੇ ਬੰਦੇ ਵੀ ਆਪਣਾ ਜਿਹੜੀ ਇੰਡਸਟਰੀ ਲਾਉਣ ਦੇ ਕਾਬਿਲ ਹੈਗੇ ਤਾਂ ਲਾ ਲੈਣ ਘੱਟ ਇਨਵੈਸਟਮੈਂਟ ਦੇ ਵਿੱਚ। ਤਾਂ 12 ਪਲਾਟਾਂ ਦੇ ਵਿੱਚੋਂ ਜਗਾੜ ਕੀ ਲਾਇਆ ਇਹਨਾਂ ਨੇ, ਕੀ ਕੀਤਾ ਵੀ 12 ਦੇ ਪਿੱਛੇ 5 ਲਿਖਤਾ, 12 ਤੋਂ ਬਣਾਤੇ 125। ਹੁਣ ਇਹ 12 ਤੋਂ 125 ਕਰਨ ਦਾ ਕੀ ਮਤਲਬ ਸੀ? ਹੁਣ 12 ਦਾ ਚਲੋ ਮੋਟਾ ਮੋਟਾ 2 ਏਕੜ ਸਮਥਿੰਗ ਬਣ ਗਈ 26 ਏਕੜ ਦੇ ਵਿੱਚੋਂ, ਹਨਾ, ਲਗਭਗ 2 ਏਕੜ। ਹੁਣ 2-2 ਏਕੜ ਦੇ ਜਿਹੜੇ ਪਲਾਟ ਨੇ ਵੱਡੇ ਵੱਡੇ, ਉਹਦਾ ਰੇਟ ਬਣਦਾ ਸੀ 10-10 ਹਜ਼ਾਰ ਰੁਪਏ ਨੂੰ ਗੱਜ, 8 ਤੋਂ ਲੈ ਕੇ 10 ਹਜ਼ਾਰ ਰੁਪਏ ਨੂੰ ਗੱਜ। ਹੁਣ ਜਦੋਂ 125 ਪਲਾਟ ਬਣਾ ਦਿੱਤੇ ਗਏ, 12 ਤੋਂ 125, ਦੇਖ ਲਓ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਆ। ਉਹਨਾਂ ਪਲਾਟਾਂ ਦਾ ਰੇਟ ਪੈ ਗਿਆ 50,000 ਤੋਂ ਲੈ ਕੇ 60,000 ਰੁਪਏ ਗੱਜ। ਮੋਟਾ ਮੋਟਾ ਜਦੋਂ ਇਹ ਫਿਲਿਪਸ ਦਾ ਪਲਾਟ ਵੇਚਿਆ ਗਿਆ ਉਦੋਂ 700 ਕਰੋੜ ਰੁਪਏ ਦੀ ਇਹਦੀ ਕੀਮਤ ਜਿਹੜੀ ਸੀ ਮੰਨੀ ਜਾਂਦੀ ਸੀ। ਹੁਣ ਤਾਂ ਜਿਹੜੇ ਜਾਣਕਾਰ ਦੱਸਦੇ ਨੇ, ਜਿਵੇਂ ਮੈਂ ਸਤਨਾਮ ਦਾਊ ਤੋਂ ਵੀ ਜਾਣਕਾਰੀ ਲਈ ਆ, ਤਾਂ ਉਹਨਾਂ ਨੇ ਦੱਸਿਆ ਕਿ ਤਕਰੀਬਨ 1500 ਤੋਂ ਲੈ ਕੇ 2000 ਕਰੋੜ ਰੁਪਏ ਤੱਕ ਇਹਦੀ ਕੀਮਤ ਆ ਹੁਣ ਇਸ ਟਾਈਮ। ਠੀਕ ਹੈ ਜੀ। ਤੋਂ ਇਸ ਕਰਕੇ ਵੱਡੀ ਮੋਟੀ ਮਲਾਈ ਖਾਧੀ ਗਈ ਤੇ ਖਵਾਈ ਗਈ। ਹੁਣ ਗੱਲ ਕੀ ਹੈ ਕਿ ਜੇ ਸਰਕਾਰ ਆਪਣੇ ਵੱਲੋਂ ਹੀ 125 ਪਲਾਟ ਕਰਕੇ ਵੇਚਦੀ ਤਾਂ ਜਿਹੜਾ 8 ਤੋਂ 10,000 ਰੁਪਏ ਗੱਜ ਦੇ ਹਿਸਾਬ ਨਾਲ ਸਰਕਾਰ ਨੂੰ ਰੇਟ ਮਿਲਿਆ ਆ, ਤੇ ਉਹ ਕਿੱਥੇ 50-50,000 60-60,000 ਰੁਪਏ ਗੱਜ ਨੂੰ ਜਿਹੜਾ ਇਹਨਾਂ ਨੇ ਵੇਚੇ ਆ, ਤਾਂ ਕੀ ਉਹ ਸਰਕਾਰ ਦੇ ਖਜ਼ਾਨੇ 'ਚ ਨਹੀਂ ਸੀ ਜਾ ਸਕਦਾ? ਅਸੀਂ ਲੋਕ ਜਾਂ ਪੰਜਾਬ ਦੇ ਲੋਕ ਰੌਲਾ ਪਾ ਰਹੇ ਨੇ ਕਿ ਪੰਜਾਬ ਦੇ ਸਿਰ ਤੇ ਕਰਜ਼ਾ ਚੜ ਗਿਆ, ਤੇ ਕਰਜ਼ਾ ਤਾਂ ਐਵੇਂ ਚੜਿਆ, ਫਿਰ ਕਰਜ਼ਾ ਉੱਤਰ ਵੀ ਐਵੇਂ ਸਕਦਾ ਜੇ ਬੜੀਆਂ ਸਕੀਮਾਂ ਇਦਾਂ ਹੋਣ। ਜੇ ਇਹੀ ਲੁਟੇਰੇ ਲੋਕ ਲੁੱਟ ਲੁੱਟ ਕੇ ਖਾਂਦੇ ਰਹਿਣ ਤਾਂ ਕਰਜ਼ਾ ਤਾਂ ਚੜਿਆ ਦੀ ਅਸੀਂ ਗੱਲਾਂ ਕਰਦੇ, ਫਿਰ ਅਸੀਂ ਕਹਿਣਾ ਕਰਜ਼ੇ ਥੱਲੇ ਅਸੀਂ ਡੁੱਬ ਰਹੇ ਹਾਂ, ਮਰ ਰਹੇ ਹਾਂ, ਸਾਨੂੰ ਸਾਹ ਨਹੀਂ ਆ ਰਿਹਾ। ਠੀਕ ਹੈ ਜੀ। ਜੇ ਅਸੀਂ ਇਹਨਾਂ ਲੋਕਾਂ ਨੂੰ ਨੱਥ ਨਾ ਪਾ ਸਕੇ, ਭਗਵੰਤ ਮਾਨ ਸਾਹਿਬ ਜੀ ਤੁਹਾਡੇ ਤੋਂ ਲੋਕਾਂ ਨੂੰ ਆਸਾਂ ਸੀ, ਇਸ ਕਰਕੇ ਅਸੀਂ ਥੋੜਾ ਜਿਹਾ ਕਰ ਰਹੇ ਹਾਂ, ਪਰ ਦੇਖਦੇ ਹਾਂ ਤੁਸੀਂ ਕੀ ਕਰਦੇ ਹੋ। ਪੰਜਾਬ ਦੇ ਵਿੱਚੋਂ ਇੰਡਸਟਰੀ ਵੀ ਗਈ, ਬੇਰੋਜ਼ਗਾਰੀ ਵੀ ਵਧੀ ਤੇ ਘਾਟਾ ਵੀ ਪਿਆ। ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਕੁਝ ਵੀ ਨਹੀਂ ਆਇਆ। ਜਿਹੜਾ ਕਿਤੇ 50-60,000 ਰੁਪਏ ਦੇ ਗੱਜ ਨੂੰ 700 ਕਰੋੜ ਦੇ ਉਸ ਹਿਸਾਬ ਨਾਲ ਜਦੋਂ ਮਾਰਕੀਟ ਰੇਟ ਮੰਨਿਆ ਜਾਂਦਾ ਤੇ ਕਿੰਨਾ ਪ੍ਰੋਫਿਟ ਪੰਜਾਬ ਸਰਕਾਰ ਨੂੰ ਹੋ ਸਕਦਾ ਸੀ, ਪਰ ਨਹੀਂ ਹੋਇਆ। ਚਲੋ ਹੁਣ ਜਦੋਂ ਇਸ ਮਾਮਲੇ ਦਾ ਵੀ ਰੌਲਾ ਪਿਆ ਵੀ 12 ਪਲਾਟ ਨਕਸ਼ੇ ਦੇ ਵਿੱਚ ਪਾਸ ਕੀਤੇ ਸੀ ਤੇ ਉਹਨਾਂ ਦਾ 125 ਕਿਵੇਂ ਬਣ ਗਿਆ, ਤੇ ਉਹ ਕਿਵੇਂ ਕਿਵੇਂ ਵੇਚੇ ਗਏ, ਵੀ ਪਾਲਿਸੀਆਂ ਦੇ ਅਗੇਂਸਟ ਜਾ ਕੇ ਸਰਕਾਰ ਨੂੰ ਵੱਡਾ ਇੱਕ ਧੋਖਾ ਦੇ ਕੇ, ਲੋਕਾਂ ਨੂੰ ਧੋਖਾ ਦੇ ਕੇ ਕਿਵੇਂ ਕਰਪਸ਼ਨ ਕੀਤੀ ਗਈ, ਤਾਂ ਉਦੋਂ ਫਿਰ ਪਰਚਾ ਹੋਇਆ। ਉਦੋਂ ਇੱਕ IAS ਅਫਸਰ ਸਮੇਤ ਪਰਚਾ ਹੋਇਆ, ਤੇ ਇੱਕ ਜਿਹੜਾ ਸਿੰਗਲਾ ਮੰਤਰੀ ਹੁੰਦਾ ਸੀ ਕਾਂਗਰਸ ਦਾ, ਉਹ ਜੇਲ੍ਹ 'ਚ ਵੀ ਗਿਆ ਆ। ਤੁਹਾਨੂੰ ਸਾਰੀ ਉਹਦੇ ਬਾਰੇ ਪਤਾ ਆ। ਹੁਣ ਇਹਦੇ ਵਿੱਚ ਅਗਲਾ ਮੋੜ ਕੀ ਆਉਂਦਾ ਆ? ਬੜੇ ਹੈਰਾਨੀਜਨਕ ਅੱਗੇ ਤੱਥ ਸਾਹਮਣੇ ਆਉਂਦੇ ਨੇ। ਪਰਚਾ ਦਰਜ ਹੋਣ ਤੋਂ ਬਾਅਦ ਕੁਝ ਅਫਸਰ ਜਿਹੜੇ ਸੀ ਅੰਦਰ ਵੀ ਗਏ, ਤੇ ਜਦੋਂ ਬਾਹਰ ਵਾਪਸ ਆਏ ਨੇ ਤੇ ਉਹਨਾਂ ਨੂੰ PSIC ਦੁਬਾਰਾ ਬਹਾਲ ਕਰ ਦਈਏ। ਚਲੋ ਬਹਾਲ ਕਰ ਸਕਦੇ ਨੇ, ਇਹ ਕਾਨੂੰਨੀ ਪੱਖ ਹੈ, ਪਰ ਕੁਐਸਚਨ ਇਹ ਬਣਦਾ ਕਿ ਉਹਨਾਂ ਨੂੰ ਦੁਬਾਰਾ ਫਿਰ ਮਲਾਈ ਖਾਣ ਵਾਲੇ ਅਹੁਦੇ ਤੇ ਕਿਉਂ ਬਿਠਾਇਆ ਗਿਆ? ਜਿਹੜੇ ਬੰਦੇ ਪਹਿਲਾਂ ਹੀ ਇੱਕ ਸਿਸਟਮ ਦੇ ਵਿੱਚੋਂ ਨਿਕਲ ਰਹੇ ਨੇ, FIR ਦਰਜ ਹੋਈਆਂ ਨੇ, ਕਰਪਸ਼ਨ ਦੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ, ਉਹਨਾਂ ਨੂੰ ਤੁਸੀਂ ਦੁਬਾਰਾ ਉਹ ਚੀਜ਼ਾਂ ਕਿਉਂ ਦੇ ਰਹੇ ਜੇ ਮਲਾਈ ਖਾਣ ਵਾਲੇ ਅਹੁਦੇ? ਇਹ ਵੀ ਸਵਾਲ ਇੱਕ ਬਣਦਾ ਆ। ਹੁਣ ਇਹ ਵੀ ਭਗਵੰਤ ਮਾਨ ਸਾਹਿਬ ਦੇ ਧਿਆਨ ਵਿੱਚ ਆਉਣੀ ਚਾਹੀਦੀ ਹੈ ਗੱਲ ਇਹ। ਹੁਣ ਫਿਰ ਇਹਦੇ 'ਚ ਇੱਕ ਮਜ਼ੇਦਾਰ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਤੁਸੀਂ ਦੇਖੋ ਵੀ ਜਿਹੜੇ ਇੱਕ ਮੇਨ ਬੰਦੇ ਬਾਰੇ ਵਿਜੀਲੈਂਸ 2018 ਤੋਂ ਸਿਫਾਰਿਸ਼ਾਂ ਕਰਦੀ ਆ ਰਹੀ ਹੈ ਕਿ ਇਹ ਮੇਨ ਬੰਦਾ ਆ ਜਿਹਨੇ ਕਰਪਸ਼ਨ ਕੀਤੀ ਹੈ ਜਾਂ ਜਿਹੜੀ ਹੇਰਾਫੇਰੀ ਕੀਤੀ ਹੈ ਸਿਸਟਮ ਦੇ ਵਿੱਚ, ਇਹਦੇ ਖਿਲਾਫ ਕਾਰਵਾਈ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ। ਤਾਂ ਆ ਜਿਹੜੇ ਮੈਂ ਤੁਹਾਨੂੰ ਦਿਖਾ ਦਿੰਦਾ ਸਕਰੀਨ 'ਚ, ਜਿਹੜਾ ਸੀ ਇਹਦੇ ਵਿੱਚ ਤੁਸੀਂ ਦੇਖੋ, ਵਿਜੀਲੈਂਸ ਦੀ ਚਿੱਠੀ ਦੇ ਵਿੱਚ ਹੀ ਸਾਰਾ ਕੁਝ। ਹਾਂ ਜੀ, ਮਤਲਬ ਜਸਵਿੰਦਰ ਰੰਧਾਵਾ ਤੇ ਅਦਰਸ ਵੀ ਇਹਨਾਂ ਦੇ ਖਿਲਾਫ ਵਿਜੀਲੈਂਸ 2018 ਤੋਂ ਕਹਿੰਦੀ ਆ ਰਹੀ ਹੈ ਕਿ ਜਿਹੜਾ ਪਰਚਾ ਦਰਜ ਕੀਤਾ ਜਾਵੇ, ਸਿਫਾਰਿਸ਼ ਕਰ ਰਹੀ ਹੈ ਨਾ, ਪਰਮਿਸ਼ਨ ਮੰਗ ਰਹੀ ਹੈ। ਚਲੋ ਨਹੀਂ ਹੋਇਆ। ਹੁਣ ਹੋਇਆ ਕਿ ਜਦੋਂ ਇਹ ਪਰਚੇ ਪੁਰਚੇ ਦਰਜ ਹੋਣ ਲੱਗੇ, ਫਿਲਿਪਸ ਵਾਲੇ ਉਹ ਕਈ ਸਿਸਟਮ ਦੇ ਵਿੱਚ ਪਰਚੇ ਹੋਏ, ਕੁਝ ਲੋਕ ਅੰਦਰ ਵੀ ਗਏ, ਜਿਵੇਂ ਮੰਤਰੀ ਵੀ ਗਿਆ, ਤਾਂ ਹੁਣ ਇਹ ਬੰਦਾ ਵੀ ਡਰ ਗਿਆ। ਹਾਲਾਂਕਿ ਇਹਦਾ ਪਰਚੇ ਵਿੱਚ ਨਾਮ ਨਹੀਂ ਸੀ ਆਇਆ, ਪਰ ਡਰ ਤਾਂ ਹੁੰਦਾ ਹੀ ਹੈ ਨਾ। ਇਹ ਬੰਦਾ ਫਿਰ 2018 ਤੋਂ ਹੀ ਫਰਾਰ ਹੋ ਗਿਆ, ਲੱਭਾ ਹੀ ਨਹੀਂ ਕਿਤੇ। ਵਿਜੀਲੈਂਸ ਨੇ ਛਾਪੇਮਾਰੀ ਵੀ ਕੀਤੀ, ਇੱਧਰ ਉੱਧਰ ਘਰੇ ਵੀ ਗਏ, ਦਫ਼ਤਰ 'ਚ ਵੀ ਜਾਂਦੇ ਜੁੰਦੇ ਰਹੇ, ਚਲੋ ਨਹੀਂ ਲੱਭਾ। ਖੈਰ ਹੁਣ ਹੋਇਆ ਕਿ ਇਸੇ ਜੁਲਾਈ ਨੂੰ ਇਹਦੀ ਰਿਟਾਇਰਮੈਂਟ ਸੀ। ਰਿਟਾਇਰਮੈਂਟ ਤੋਂ ਹਫ਼ਤਾ ਕੁ ਪਹਿਲਾਂ ਇਹਨੂੰ ਜੁਆਇਨ ਕਰਾਇਆ, ਇਹ ਅਚਾਨਕ ਲੱਭ ਗਿਆ। ਮੈਡੀਕਲ ਦੇ ਲਾਲ ਹੋ ਗਏ, ਬਥੇਰੇ ਜਗਾੜ ਨੇ, ਪੁੱਛਣ ਵਾਲਾ ਕੌਣ ਆ ਇਹਨਾਂ ਨੂੰ, ਬਥੇਰੇ ਰਸਤੇ ਲੱਭ ਜਾਂਦੇ ਆ। ਚਲੋ ਜੀ ਹਫ਼ਤਾ ਕੁ ਪਹਿਲਾਂ ਅਚਾਨਕ ਇਹਦਾ ਪ੍ਰਕਾਸ਼ ਹੋਇਆ, ਇਹਨੇ ਅਵਤਾਰ ਧਾਰਿਆ ਤੇ ਆ ਕੇ ਜੀ ਇਹਨੇ ਜੁਆਇਨਿੰਗ ਕੀਤਾ ਹਫ਼ਤਾ ਕੁ ਪਹਿਲਾਂ ਰਿਟਾਇਰਮੈਂਟ ਤੋਂ ਬਾਅਦ, ਆਪਣੇ ਬੈਨੀਫਿਟ ਲੈ ਕੇ। ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਜੋਣਾ ਮੋੜ ਘੋੜੀ ਤੇ ਸਵਾਰ ਹੋ ਗਿਆ, ਤੇ ਇਹ ਫਿਰ ਆਪਣੀ ਜਿਹੜਾ ਜੱਟ ਰੰਧਾਵਾ ਸੀ, ਇਹ ਵੀ ਗੱਡੀ ਤੇ ਸਵਾਰ ਹੋ ਕੇ ਆਪਣੇ ਬੈਨੀਫਿਟ ਲੈ ਕੇ ਤੇ ਰੰਧਾਵਾ ਸਾਹਿਬ ਘੋੜੀ ਤੇ ਸਵਾਰ ਹੋ ਗਿਆ। ਤੇ ਚਲੋ ਇਹ ਅੱਗੇ ਚਲੇ ਗਏ, ਇਹ ਚੈਪਟਰ ਬੰਦ ਹੋ ਗਿਆ ਜੀ, ਹਨਾ।
ਹੁਣ ਪਤਾ ਨਹੀਂ ਕੀ ਕਰਦੀ ਹੈ ਸਰਕਾਰ ਜਾਂ ਕੀ ਇਹਨਾਂ ਨੇ ਕਰਨਾ ਹੈ, ਪਰ ਸਿਸਟਮ ਇਸ ਤਰੀਕੇ ਨਾਲ ਕੰਮ ਕਰ ਰਿਹਾ ਜੀ। ਹੁਣ ਭ੍ਰਿਸ਼ਟਾਚਾਰ ਦੀ ਇਸੇ ਲੜੀ ਵਿੱਚ ਇੱਕ ਨਵਾਂ ਨਾਮ ਜੁੜਦਾ ਆ, ਟਾਈਨੋਰ ਕੰਪਨੀ। ਇਹ ਵੀ ਅਰਬਾਂ ਰੁਪਏ ਦੀ ਜਿਹੜੀ ਤਗੜੇ ਬੰਦੇ ਨੇ, ਟਰਨਓਵਰ ਆ ਇਹਨਾਂ ਦੀ, ਵੱਡੇ ਵਪਾਰੀ ਨੇ। ਇਹ ਲੋਕ ਵੀ ਸਰਕਾਰ ਨੂੰ ਇਸ ਤਰੀਕੇ ਨਾਲ ਹੀ ਟੁਕੜੇ ਕਰ ਕਰਕੇ, ਜਿਵੇਂ ਇੰਡਸਟਰੀ ਦੇ ਨਾਂ ਤੇ ਪਲਾਟ ਲੈ ਕੇ ਤੇ ਅੱਗੇ ਕਿਸੇ ਨਾ ਕਿਸੇ ਤਰੀਕੇ ਨਾਲ ਵੇਚੀ ਜਾਂਦੇ, ਸਰਕਾਰ ਨਾਲ ਧੋਖਾ ਕਰ ਰਹੇ ਨੇ। ਹੁਣ ਇਹਨਾਂ ਦਾ ਟਾਈਨੋਰ ਕੰਪਨੀ ਵਾਲੇ ਦਾ ਇੱਕ ਇੰਟਰਵਿਊ ਸੀ ਕਿ ਜਦੋਂ ਪਿਛਲੀ ਸਰਕਾਰ ਦੇ ਵਿੱਚ ਉਹਨੇ ਪਲਾਟ ਲਿਆ, ਹਾਈ ਕੋਰਟ ਵੱਲੋਂ ਲਿਆ ਜਾਂ ਜਿੱਦਾਂ ਮਰਜ਼ੀ ਕਰ ਕਰਾ ਕੇ ਉਹਨੇ ਲੈ ਲਿਆ ਜੀ ਪਲਾਟ, ਤੇ ਉਹਨੇ ਇੱਕ ਗੱਲ ਕਹੀ ਕਿ ਮੈਨੂੰ ਸਰਕਾਰ ਨੇ ਸਹਿਯੋਗ ਨਹੀਂ ਦਿੱਤਾ ਤੇ ਇਸ ਕਰਕੇ ਮੈਂ ਇੰਡਸਟਰੀ ਨਹੀਂ ਲਾ ਪਾਇਆ, ਤੇ ਨਾਲ ਦੀ ਨਾਲ ਹੀ ਉਹਨੇ ਦੂਸਰਾ ਪਲਾਟ ਵੀ ਲੈ ਲਿਆ। ਕਮਾਲ ਦੀ ਗੱਲ ਹੈ ਭਾਈ, ਜੇ ਤੂੰ ਇੰਡਸਟਰੀ ਨਹੀਂ ਲਾ ਪਾਇਆ ਤਾਂ ਤੂੰ ਦੂਸਰਾ ਪਲਾਟ ਕਿਉਂ ਲੈ ਰਿਹਾ? ਜੇ ਸਰਕਾਰ ਤੇਰੇ ਨਾਲ ਸਹਿਯੋਗ ਹੀ ਨਹੀਂ ਕਰ ਰਹੀ, ਸਰਕਾਰ ਤੁਹਾਨੂੰ ਇੰਡਸਟਰੀ ਲਾਉਣ ਹੀ ਨਹੀਂ ਦੇ ਰਹੀ, ਸਹੂਲਤਾਂ ਨਹੀਂ ਦੇ ਰਹੀ, ਤਾਂ ਤੁਸੀਂ ਦੂਸਰਾ ਪਲਾਟ ਲੈ ਕੇ ਕੀ ਕਰਨਾ ਹੈ? ਤੁਸੀਂ ਦੂਸਰਾ ਵੀ ਲਿਆ, ਫਿਰ ਤੁਸੀਂ ਟੁਕੜੇ ਕਰ ਕਰਕੇ ਵੀ ਵੇਚ ਰਹੇ ਹੋ। ਤੇ ਹੈਰਾਨੀ ਦੀ ਗੱਲ ਇਹ ਆ ਕਿ ਇਹ ਟਾਈਨੋਰ ਵਾਲੇ ਭਗਵੰਤ ਮਾਨ ਸਾਹਿਬ ਦੇ ਨਾਲ ਫੋਟੋਆਂ ਖਿਚਾਉਂਦੇ ਹੁੰਦੇ ਨੇ। ਜਿਹੜਾ ਇਨਵੈਸਟ ਪੰਜਾਬ ਪਿੱਛੇ ਜੇ ਪ੍ਰੋਗਰਾਮ ਹੋਇਆ ਸੀ ਪਿਛਲੇ ਸਾਲ, ਉਹਦੇ ਵਿੱਚ ਨਾਲ ਬੈਠੇ ਸੀ। ਹੁਣ ਇਹ ਕੀ ਕਰ ਰਹੇ ਨੇ ਟਾਈਨੋਰ ਵਾਲੇ? ਪੰਜਾਬ ਦੇ ਵੱਡੇ ਵੱਡੇ ਵਪਾਰੀਆਂ ਨੂੰ ਨਾਲ ਲੈ ਕੇ ਇਹ ਮਤਲਬ ਸੈਂਕੜੇ ਕਦਮ ਅੱਗੇ ਜਾ ਕੇ ਕੀ ਕਰ ਰਹੇ ਨੇ? ਕਿਉਂਕਿ ਜਦੋਂ ਆਪਾਂ ਕਹਿੰਦੇ ਨੇ ਕਿ ਆਪਾਂ ਕਿਸੇ ਦੀਆਂ ਗਲਤੀਆਂ ਤੋਂ ਕੁਝ ਸਿੱਖਣਾ ਵੀ ਚਾਹੀਦਾ, ਤਾਂ ਸ਼ਾਇਦ ਟਾਈਨੋਰ ਵਾਲੇ ਸਿਆਣੇ ਵਪਾਰੀ ਨੇ, ਸਿੱਖ ਚੁੱਕੇ ਨੇ। ਇਹ ਹੁਣ ਕੀ ਕਰ ਰਹੇ ਨੇ ਕਿ ਜਿਹੜੀਆਂ ਪਾਲਿਸੀਆਂ ਨੇ, ਟੁਕੜੇ ਕਰਕੇ ਪਲਾਟ ਨਹੀਂ ਵੇਚੇ ਜਾ ਸਕਦੇ ਇੰਡਸਟਰੀ ਦੇ ਪਲਾਟ ਤੇ ਇੰਡਸਟਰੀ ਹੀ ਲੱਗ ਸਕਦੀ। ਜਿਵੇਂ ਹੁਣ ਇਹਨਾਂ ਨੇ ਲਏ ਨੇ, ਜੇ ਤੁਹਾਨੂੰ ਸਰਕਾਰ ਨੇ ਟਾਈਨੋਰ ਵਾਲਿਆਂ ਨੂੰ ਜੇ ਦਿੱਤੇ, ਇੰਡਸਟਰੀ ਨਹੀਂ ਲੱਗ ਸਕੀ, ਤਾਂ ਤੁਸੀਂ ਇੰਡਸਟਰੀ ਦੇ ਉਹ ਵਾਪਸ ਕਰ ਦਿਓ। ਸਰਕਾਰ ਨੂੰ ਵੀ ਚਾਹੀਦਾ ਕਿ ਜੇ ਇੰਨੇ ਟਾਈਮ ਤੱਕ ਇੰਡਸਟਰੀ ਨਹੀਂ ਲੱਗੀ ਤਾਂ ਉਹ ਪਲਾਟ ਜਿਹੜਾ ਵਾਪਸ ਲਿਆ ਜਾਵੇ। ਪਰ ਚਲੋ, ਇਹ ਰਲ ਮਿਲ ਕੇ ਸਿਸਟਮ ਚੱਲਦਾ ਹੈ, ਸਰਕਾਰ ਨੂੰ, ਲੀਡਰਾਂ ਨੂੰ ਕੀ ਪਤਾ ਹੁੰਦਾ, ਹਨਾ। ਹੁਣ ਇਹ ਟਾਈਨੋਰ ਵਾਲੇ ਕੀ ਕਰ ਰਹੇ ਨੇ? ਇਹ ਸਰਕਾਰ ਨੂੰ ਗੁੰਮਰਾਹ ਕਰਕੇ ਜਾਂ ਦਬਾਅ ਪਾ ਕੇ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਹੈ ਵਿੱਚ ਵਿੱਚ ਉੱਭਰ ਕੇ, ਵੀ ਇਹ ਪਾਲਿਸੀਆਂ ਹੀ ਚੇਂਜ ਕਰਾਉਣਾ ਚਾਹੁੰਦੇ ਆ। ਬਹੁਤ ਸਿਆਣੇ ਲੋਕ ਨੇ, ਦੇਖ ਲਓ। ਠੀਕ ਹੈ ਜੀ। ਹੁਣ ਜਦੋਂ ਪਾਲਿਸੀ ਹੀ ਚੇਂਜ ਹੋ ਗਈ, ਜਿਹੜਾ ਫਿਲਿਪਸ ਵਾਲੇ ਇੰਨਾ ਚਿਰ ਵਿਜੀਲੈਂਸ ਸਿਰ ਖਪਾਈ ਕਰਦੇ ਰਹੀ, ਹੋਰ ਲੋਕ ਪਿੱਛੇ ਭੱਜੇ ਰਹੇ, ਉਹਨਾਂ ਦੀ ਸਾਰੀ ਮਿਹਨਤ ਗਈ। ਸਰਕਾਰ ਦੇ ਕਰੋੜਾਂ ਰੁਪਏ ਜਿਹੜੇ ਇੱਧਰ ਉੱਧਰ ਖਜ਼ਾਨੇ ਚ ਆ ਸਕਦੇ ਸੀ, ਕੋਈ ਸਹੂਲਤਾਂ ਮਿਲਦੀਆਂ ਸਰਕਾਰ ਨੂੰ, ਪੰਜਾਬ ਨੂੰ ਕੋਈ ਰਾਹਤ ਮਿਲਦੀ, ਉਹ ਸਾਰਾ ਮਿੱਟੀ ਕਰਤਾ ਇਹਨਾਂ ਨੇ। ਮਤਲਬ ਫਿਲਿਪਸ ਵਾਲਾ ਸਕੈਂਡਲ ਵੀ ਗਿਆ, ਸਕੈਮ ਵੀ ਗਿਆ। ਕਿਵੇਂ ਜੀ ਇਹ ਚੀਜ਼ਾਂ ਕਿਵੇਂ ਹੋ ਜਾਂਦੀਆਂ ਨੇ? ਮਤਲਬ ਸਾਰਾ ਕੁਝ ਜਦੋਂ ਸਿਸਟਮ ਕਰਨ ਤੇ ਆ ਜਾਏ ਨਾ, ਫਿਰ ਉਹ ਬਹੁਤ ਕੁਝ ਕਰ ਲੈਂਦਾ ਆ। ਤਾਂ ਹੁਣ ਇਹ ਇਸ ਟਾਈਮ ਇੱਕ ਸਾਜ਼ਿਸ਼ ਚੱਲ ਰਹੀ ਹੈ ਪੰਜਾਬ ਦੇ ਨਾਲ। ਦੇਖਦੇ ਆ ਭਗਵੰਤ ਮਾਨ ਸਾਹਿਬ ਕੀ ਕਰਦੇ ਨੇ। ਇਹ ਤਾਂ ਧੰਦਾ ਹੀ ਬੜਾ ਸੌਖਾ ਆ ਵੀ ਇੰਡਸਟਰੀ ਦੇ ਨਾਂ ਤੇ 100 ਕਰੋੜ ਦਾ ਪਲਾਟ ਲਾਓ ਤੇ ਅੱਗੇ ਜਾ ਕੇ 1000 ਕਰੋੜ ਦਾ ਵੇਚ ਕੇ ਤੇ ਤੁਸੀਂ ਸਾਈਡ ਤੇ ਹੋ ਜਾਓ। ਠੀਕ ਹੈ ਜੀ। ਇਸ ਤਰੀਕੇ ਨਾਲ ਇਹ ਠੱਗੀ ਜਿਹੜੀ ਹੈ ਪੰਜਾਬ ਦੇ ਵਿੱਚ ਵੱਜ ਰਹੀ ਹੈ। ਸਿਰਫ ਇੱਕ ਫਿਲਿਪਸ ਦੀ ਗੱਲ ਨਹੀਂ ਹੈਗੀ, ਟਾਈਨੋਰ, ਜੇ ਫਿਲਿਪਸ ਦੇ ਉੱਪਰ ਕਾਰਵਾਈ ਹੋਈ ਤਾਂ ਟਾਈਨੋਰ ਵਾਲੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤੇ ਪੰਜਾਬ ਦੇ ਵਿੱਚ ਹੋਰ ਅਨੇਕਾਂ ਥਾਵਾਂ ਤੇ ਫੋਕਲ ਪੁਆਇੰਟ ਨੇ, ਉਹਨਾਂ ਦੀ ਵੀ ਜਿਹੜੀ ਨਿਸ਼ਾਨਦੇਹੀ ਕਰਕੇ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਕਿੱਦਾਂ ਠੱਗੀਆਂ ਮਾਰ ਕੇ ਗਲਤ ਤਰੀਕੇ ਨਾਲ ਪਲਾਟ ਵੇਚੇ ਗਏ ਨੇ। ਸੈਂਕੜੇ ਹਜ਼ਾਰਾਂ ਕਰੋੜ ਦਾ ਇੱਕ ਘਪਲਾ ਨੰਗਾ ਹੋ ਸਕਦਾ ਆ ਜੇ ਪੰਜਾਬ ਸਰਕਾਰ ਚਾਹੇ। ਪਰ ਹੁਣ ਰਾਣੀ ਨੂੰ ਕੌਣ ਆਖੇ ਵੀ ਤੂੰ ਅੱਗਾ ਢੱਕ? ਜੇ ਰਾਣੀ ਦਿਖਾਉਣਾ ਹੀ ਚਾਹੁੰਦੀ, ਆਪਣੇ ਆਪ ਨੂੰ ਨਗਨ ਪੇਸ਼ ਹੀ ਕਰਨਾ ਚਾਹੁੰਦੀ, ਅੱਗਾ ਦਿਖਾਉਣਾ ਚਾਹੁੰਦੀ ਹੈ, ਤਾਂ ਕੌਣ ਆਖੇ ਫਿਰ? ਜੇ ਹੁਣ ਭਗਵੰਤ ਮਾਨ ਸਰਕਾਰ ਦੇ ਵੀ ਹਾਲਾਤ ਉਹੋ ਜਿਹੇ ਬਣੇ ਹੋਏ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਸੀ। ਕੋਈ ਇੱਕ ਆਸਾਂ ਉਮੀਦਾਂ ਬਹੁਤ ਸੀ, ਪਰ ਹੌਲੀ ਹੌਲੀ ਆਸਾਂ ਜਿਹੜੀਆਂ ਨੇ ਉਹ ਜਿਵੇਂ ਰੇਤ ਦੇ ਮਹਿਲ ਵਾਂਗੂ ਹੌਲੀ ਹੌਲੀ ਡਿੱਗਦੀਆਂ ਜਾ ਰਹੀਆਂ। ਇਹਨਾਂ ਦੇ ਪਤਾ ਨਹੀਂ ਕਦੋਂ ਤੱਕ ਇਹ ਜਿਹੜਾ ਰੇਤ ਦਾ ਮਹਿਲ ਇਹਨਾਂ ਨੇ ਬਣਾਇਆ ਸੀ, ਕਦੋਂ ਤੱਕ ਪੂਰਾ ਢਹਿ ਢੇਰੀ ਹੋ ਕੇ ਤੇ ਮਿੱਟੀ ਤੇ ਡਿੱਗ ਪਵੇ। ਹੁਣ ਇਹ ਇਸ ਗੱਲ ਦਾ ਇੰਤਜ਼ਾਰ ਹੈ, ਕਿਉਂਕਿ ਭਗਵੰਤ ਮਾਨ ਸਾਹਿਬ ਦੀ ਤਾਂ ਕੋਈ ਮਜਬੂਰੀ ਨਹੀਂ। ਕਰਪਸ਼ਨ ਪਿਛਲੀਆਂ ਸਰਕਾਰਾਂ ਵਿੱਚ ਹੋਈ ਹੈ, ਕਰਪਸ਼ਨ ਕੈਪਟਨ ਅਮਰਿੰਦਰ ਵੇਲੇ ਹੋਈ ਹੈ, ਕਰਪਸ਼ਨ ਉਸ ਤੋਂ ਪਹਿਲਾਂ ਹੋਈ ਹੈ। ਤਾਂ ਤੁਸੀਂ ਅੱਜ ਕਾਰਵਾਈਆਂ ਕਿਉਂ ਨਹੀਂ ਕਰ ਰਹੇ? ਤੁਹਾਨੂੰ ਕਿਹਨੇ ਰੋਕਿਆ? ਤੁਹਾਡੀ ਕਿਹੜੀ ਹਿੱਸਾ ਪੱਤੀ? ਤੁਸੀਂ ਤਾਂ ਕਹਿੰਦੇ ਹੁੰਦੇ ਸੀ ਮੈਂ ਤਾਂ ਬੜਾ ਸਿੰਪਲ ਆ, ਡਾਊਨ ਟੂ ਅਰਥ ਆ, ਮੈਂ ਪੇਂਡੂ ਆ, ਜੇ ਉਹ ਬਹੁਤ ਕੁਝ ਕਿਹਾ ਸੀ। ਅੱਜ ਤੁਹਾਡੀਆਂ ਕੀ ਮਜਬੂਰੀਆਂ ਬਣ ਗਈਆਂ ਨੇ? ਤੁਹਾਡੀ ਵਿਜੀਲੈਂਸ ਕਹਿ ਰਹੀ ਹੈ ਕਿ ਸਾਨੂੰ ਰਿਕਾਰਡ ਨਹੀਂ ਦਿੱਤਾ ਜਾ ਰਿਹਾ, ਈਡੀ ਕਹਿ ਰਹੀ ਹੈ ਕਿ ਸਾਨੂੰ ਰਿਕਾਰਡ ਨਹੀਂ ਦਿੱਤਾ ਜਾ ਰਿਹਾ। ਤਾਂ ਤੁਸੀਂ ਪੁੱਛੋ, ਤੁਸੀਂ ਕਹੋ ਜੇ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਤਾਂ ਪੰਜਾਬ ਸਰਕਾਰ ਡਾਇਰੈਕਟ ਆਰਡਰ ਕਰੇ ਵੀ ਕਰੋ ਕਾਰਵਾਈ। ਜਿਹੜੇ ਬੰਦੇ ਰਿਕਾਰਡ ਨਹੀਂ ਪੇਸ਼ ਕਰ ਰਹੇ, ਰਿਕਾਰਡ ਗਿਆ ਕਿੱਥੇ? ਆਖਰ ਕਿੰਨੀਆਂ ਕੁ ਚੀਜ਼ਾਂ ਤੁਸੀਂ ਸ਼ੌਂਕ ਨੂੰ ਖਵਾ ਦੋਗੇ? ਕਿਤੇ ਗਵਾਚ ਗਈਆਂ ਜੀ, ਕਿਤੇ ਤੁਸੀਂ ਫਾਈਲਾਂ ਅਪਲੋਡ ਕਰਨ ਲੱਗ ਜਾਂਦੇ ਜਿਵੇਂ ਅਸੀਂ ਆਨਲਾਈਨ ਕਰਨ ਲੱਗੇ ਸੀ, ਉਦੋਂ ਵੀ ਫਾਈਲਾਂ ਗਵਾਚ ਗਈਆਂ। ਹੱਦ ਹੋ ਗਈ ਯਾਰ ਤੁਹਾਡੀ। ਮੇਰਾ ਸਵਾਲ ਫਿਰ ਉਹੀ ਰਹੇਗਾ ਇਮਾਨਦਾਰ ਚੰਗੇ ਬੰਦਿਆਂ ਦੇ ਕੋਲ, ਵੀ ਇਹਨਾਂ ਲੋਕਾਂ ਦੀਆਂ ਸਰਵਿਸ ਬੁੱਕਾਂ ਜਾਂ ਸਰਵਿਸ ਰਿਕਾਰਡ ਕਿਉਂ ਨਹੀਂ ਡੈਮੇਜ ਹੁੰਦੇ, ਕਿਉਂ ਨਹੀਂ ਗੁੰਮ ਹੁੰਦੇ? ਸਿਰਫ ਆਮ ਲੋਕਾਂ ਦੀ ਜ਼ਿੰਦਗੀ ਨਾਲ ਹੀ ਖੇਡਣਾ ਹੁੰਦਾ ਇਹਨਾਂ ਨੇ। ਸੋ ਇਹ ਫੈਸਲਾ ਆਮ ਪਬਲਿਕ ਵੀ ਕਰੇ। ਇਹ ਮਦਾਰੀਆਂ ਦੀ ਖੇਡ ਦੇਖਣੀ ਬੰਦ ਕਰੋ, ਤੁਸੀਂ ਇਕੱਠੇ ਹੋਵੋ, ਪੀਸਫੁਲੀ ਇੱਕ এনवायरमेंट ਬਣਾਓ ਪੰਜਾਬ ਦੇ ਵਿੱਚ, ਤਾਂ ਕਿ ਇਹਨਾਂ ਲੋਕਾਂ ਦੇ ਨਾਲ ਜਿਹੜਾ ਸਾਡਾ ਪਬਲਿਕ ਦਾ ਤੇ ਸਿਸਟਮ ਦਾ ਕਮਿਊਨੀਕੇਸ਼ਨ ਗੈਪ ਬਹੁਤ ਜ਼ਿਆਦਾ ਪੈ ਚੁੱਕਿਆ, ਪਾੜਾ ਪੈ ਚੁੱਕਿਆ, ਇਹਨੂੰ ਘਟਾਈਏ
ਤੇ ਜਿਹੜੇ ਸਾਡੇ ਬੁਨਿਆਦੀ ਹੱਕ ਬਣਦੇ ਆ ਉਹ ਲੈਣੇ ਸ਼ੁਰੂ ਕਰੀਏ, ਤੇ ਜਿਹੜੀ ਕਰਪਸ਼ਨ ਆ ਉਹਦੀ ਜਵਾਬ ਤਲਬੀ ਅਸੀਂ ਕਰਨਾ ਸ਼ੁਰੂ ਕਰੀਏ, ਤਾਂ ਕਿ ਇੱਕ ਪ੍ਰੈਸ਼ਰ ਬਣੇ ਔਰ ਸਰਕਾਰ ਨੂੰ ਵੀ ਪਤਾ ਹੋਵੇ ਵੀ ਹਾਂ ਅਸੀਂ ਕੰਮ ਕੀ ਕਰਨੇ ਆ, ਬਿਊਰੋਕ੍ਰੇਸੀ ਨੂੰ ਉਹਦੀ ਹੱਦਬੰਦੀਆਂ ਪਤਾ ਹੋਣ ਵੀ ਇਹ ਬਹੁਤੀ ਦੇਰ ਦੀ ਖੇਡਾਂ ਨਹੀਂ ਚੱਲਣੀਆਂ। ਇਹ ਤਾਂ ਸਿਰਫ ਇੱਕ ਅਸੀਂ ਛੋਟੀ ਜਿਹੀ ਗੱਲ ਕੀਤੀ ਹੈ, ਇਸ ਤੋਂ ਇਲਾਵਾ ਬਹੁਤ ਕੁਝ ਆ, ਉਹ ਤੁਹਾਨੂੰ ਆਉਣ ਵਾਲੀਆਂ ਕਿਸ਼ਤਾਂ ਵਿੱਚ ਦੱਸਾਂਗੇ।